श्री हरगोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाओ बहोरी, गुर तेग बहादुर परम किरपाला, सतगुर परम किरपाला। श्री गुरु गोबिंद सिंह विसाला, तरो तरा तर गुण गुण सीसा, वाहिगुरु गुण गुण सीसा। बंदो बार बार जगदीशा, एक ओंकारा सतगुरु तेह प्रसाद सच होए। वाहिगुरु जी की फतेह है, विघ्न विनाशन सोए। श्री गुरु शब्द कमाए जिन, जीते पंच विकार। तिन संतन को बंदना, सिर चरणन पर तार। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप हो तुम कथा सुधारी। चौपई तलवंडी राय होए की पयो, तहाँ जन्म गुरु नानक लियो। पोत बालक उन दर्श कर लियो, तिसते वजीर दिल्ली को पयो। वाहिगुरु जी का खालसा, वाहिगुरु जी की फतेह। धन धन गुरु गरीब निवाज सच्चे पातशाह, दो जहान वाली धन धन जबर छतर तख्त के मालक साहिब हजूर गुरु ग्रंथ साहिब जी महाराज। उन्होंने हजूर जुड़ मिल बैठी गुरु स्वरूप गुरु खालसा साध संगत जी। आप जी अत्यंत बड़भागे हो, जो निता प्रति सोदर रहराज साहिब जी के पाठां तो गुरंत आरती आरते दे कीर्तन रागी ਸਿੰਘਾਂ पासों आप जी ने सरवण कीते। ਹੁਣ ਜੋ ਪ੍ਰਬੰਧਕਾਂ ਵਿੱਚੋਂ ਉਲੀਕਿਆ ਗਿਆ ਸਮਾਗਮ ਸੱਤ ਰੋਜ਼ਾ ਭਾਈ ਤਾਰੂ ਸਿੰਘ ਜੀ ਦਾ ਪਾਵਨ ਪਵਿੱਤਰ ਜੀਵਨ ਹੈ, ਉਸ ਦੀ ਵਿਚਾਰ ਕਰਨ ਦੇ ਲਈ ਸਾਰੀ ਸੰਗਤ ਹਜ਼ੂਰ ਦੇ ਦਰਬਾਰ ਦੇ ਅੰਦਰ ਜੁੜਿਓ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਸੂਰਬੀਰ ਬਚਨ ਕੇ ਬਲੀ। ਜਿਹੜੇ ਮਹਾਂਵੀਰ ਸੂਰਬੀਰ ਧੰਨ ਧੰਨ ਭਾਈ ਤਾਰੂ ਸਿੰਘ ਜੀ ਨੇ, ਉਹਨਾਂ ਨੇ ਜੋ ਆਪਣਾ ਸਿਦਕ ਨਿਭਾਇਆ ਹੈ, ਆਪਣਾ ਖੋਪਰਾ ਤਾਂ ਉਤਰਵਾ ਦਿੱਤਾ, ਪਰ ਖਾਨ ਬਹਾਦਰ ਦੀ ਕਚਹਿਰੀ ਦੇ ਅੰਦਰ ਇਸਲਾਮ ਕਬੂਲ ਨਾ ਕੀਤਾ। ਅੱਜ ਤੱਕ ਉਹ ਇਤਿਹਾਸ ਨੂੰ 300 ਸਾਲ ਹੋ ਗਏ ਨੇ। ਸਾਡੇ ਲਹੂ ਦੇ ਅੰਦਰ ਉਬਾਲਾ ਪੈ ਜਾਂਦਾ ਹੈ ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸੁਣ ਲਈਏ। ਸਾਡੇ ਰੋਮ ਰੋਮ ਦੇ ਅੰਦਰ ਸਤਨਾਮ ਵਾਹਿਗੁਰੂ ਦਾ ਜਾਪ ਤੁਰ ਪੈਂਦਾ ਹੈ ਜਦੋਂ ਐਸੇ ਪਾਵਨ ਪਵਿੱਤਰ ਮਹਾਨ ਸ਼ਹੀਦਾਂ ਦੀ ਅਰਦਾਸ ਦੇ ਅੰਦਰ ਨਾਮ ਲਿਆ ਜਾਂਦਾ ਹੈ, ਜਿਨ੍ਹਾਂ ਨੇ ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਦੇ ਨਾਲ ਚਿਰਵਾਏ, ਪਰ ਸਿੱਖੀ ਕੇਸਾਂ ਦੇ ਸਵਾਸਾਂ ਨਾਲ ਨਿਭਾਈ। ਉਹ ਇਤਿਹਾਸ ਸ਼ਹੀਦ ਮਹਿਤਾਬ ਸਿੰਘ ਜੀ ਦੇ ਪੋਤਰੇ ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੀ ਕਲਮ ਦੇ ਨਾਲ ਸ਼੍ਰੀ ਗੁਰਪੰਥ ਪ੍ਰਕਾਸ਼ ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਜਿਸ ਗ੍ਰੰਥ ਨੂੰ ਕਹਿੰਦੇ ਨੇ ਦੇ ਅੰਦਰ ਅੰਕਿਤ ਕੀਤਾ ਹੈ। ਸੱਚੇ ਪਾਤਸ਼ਾਹ ਹਜ਼ੂਰ ਦੇ ਨਿਰਗੁਣ ਸਰੂਪ ਦੀ ਕਥਾ ਅੰਮ੍ਰਿਤ ਵੇਲੇ ਦਰਬਾਰ 'ਚ ਹੁੰਦੀ ਹੈ, ਕਿਉਂਕਿ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਹ ਮਰਿਆਦਾ ਸੀਗੀ ਕਿ ਅੰਮ੍ਰਿਤ ਵੇਲੇ ਜੋ ਕਥਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਣੀ ਚਾਹੀਦੀ ਹੈ, ਨਿਰਗੁਣ ਸਰੂਪ ਦੀ ਕਥਾ। ਤੇ ਜੋ ਸ਼ਾਮ ਦੀ ਕਥਾ ਹੈ ਉਹ ਸਰਗੁਣ ਸਰੂਪ ਦੀ ਕਥਾ ਦਾ ਹੁਕਮ ਹੈ।
ਕਈ ਇਤਿਹਾਸਿਕ ਸਥਾਨਾਂ ਦੇ ਉੱਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਕਥਾ ਹੁੰਦੀ ਹੈ, ਜਿਵੇਂ ਦਰਬਾਰ ਸਾਹਿਬ, ਸ਼੍ਰੀ ਰੂਪ ਨਿਵਾਰਨ ਸਾਹਿਬ ਪਟਿਆਲੇ, ਤੇ ਕਈ ਸਥਾਨਾਂ ਦੇ ਉੱਤੇ ਜਿਵੇਂ ਸ਼ਹਿਰਾਂ ਦੇ ਅੰਦਰ ਲੋਕੀ ਆਪਣੀ ਕਿਰਤ ਤੋਂ ਵਿਹਲੇ ਹੋ ਕੇ, ਜਿਵੇਂ ਤੁਸੀਂ ਸਾਰੀ ਸੰਗਤ ਹਜ਼ੂਰ ਦੇ ਸਨਮੁਖ ਬੈਠੇ ਹੋ, ਉਹ ਸ਼ਾਮ ਦੇ ਦੀਵਾਨਾਂ 'ਚ ਵੀ ਕਥਾ ਦਾ ਮਰਿਆਦਾ ਹੈ। ਸੋ ਸਰਗੁਣ ਤੇ ਨਿਰਗੁਣ ਦੀ ਕਥਾ ਸੁਣਨੀ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੈ। ਅਗਰ ਜੋ ਨਿਰਗੁਣ ਦੀ ਕਥਾ ਸੁਣੋਗੇ ਤੇ ਵੈਰਾਗਿਆ, ਵਿਵੇਕ, ਖੱਟ ਸੰਪਤੀ ਤੇ ਮੁਮੋਕਸ਼ੂ ਜੈਸੇ ਸ਼ੁਭ ਗੁਣ ਤੁਹਾਡੇ ਅੰਦਰ ਆ ਜਾਣਗੇ। ਜੋ ਸਰਗੁਣ ਸਰੂਪ ਦੀ ਕਥਾ ਸੁਣੋਗੇ ਤੇ ਤੁਹਾਡੇ ਅੰਦਰ ਭਗਤੀ, ਭਾਵਨਾ, ਸੇਵਾ, ਗੁਰੂ ਤੇ ਸ਼ਰਧਾ, ਨਾਮ ਸਿਮਰਨ, ਐਸੇ ਖੇਡਾਂ ਚੱਲ ਪੈਣਗੀਆਂ। ਸੋ ਦੋਨੋਂ ਹੀ ਕਥਾ ਸੁਣਨੀਆਂ ਦਰਬਾਰ ਦੇ ਅੰਦਰ ਬਹੁਤ ਜ਼ਰੂਰੀ ਨੇ। ਰਹਿਤਨਾਮਿਆਂ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਬਚਨ ਲਿਖਿਆ ਹੈ, ਪ੍ਰਾਤଃ ਕਾਲ ਸਤਸੰਗ ਨ ਜਾਵੈ, ਤਨਖਾਹਾਦਾਰ ਵੱਡ ਵੱਡਾ ਕਹਾਵੈ। ਵੀ ਜੋ ਵੀ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਸਤਸੰਗਤ ਦੇ ਵਿੱਚ ਨਹੀਂ ਜਾਂਦਾ, ਉਹ ਤਨਖਾਹੀਆਦਾਰ ਮੰਨਿਆ ਜਾਵੇਗਾ। ਅੱਜ ਕਈ ਸੰਗਤ ਦੇ ਅੰਦਰ ਬੈਠੇ ਲੋਕ ਗੁੱਸਾ ਕਰ ਜਾਂਦੇ ਨੇ ਵੀ ਅਸੀਂ ਤਾਂ ਅੰਮ੍ਰਿਤ ਵੇਲੇ ਜਾਂਦੇ ਨਹੀਂ, ਪਰ ਸੰਗਤ ਜੀ ਇਹ ਕੋਈ ਕੋਲੋਂ ਗੱਲ ਨਹੀਂ, ਗੁਰੂ ਦੀ ਮਰਿਆਦਾ ਹੈ ਤਾਂ ਦੱਸਣੀ ਪੈਣੀ ਹੈ, ਤੇ ਇਹ ਗੁਰੂ ਦੀ ਮਰਿਆਦਾ ਅਟੱਲ ਹੈ। ਸੋ ਰਹੋ ਵਿਚਾਰ। ਹੁਣ ਜੋ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਚੱਲ ਰਿਹਾ ਦਰਬਾਰ ਦੇ ਅੰਦਰ, ਉਹ ਕਥਾ ਸਰਵਣ ਕਰਨ ਦੇ ਲਈ ਮਨਚਿਤ ਕਿਰਤੀਆਂ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਮਹਾ ਗੁਰਮੰਤਰ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਤਲਵੰਡੀ ਰਾਏ ਭੋਏ ਕੀ ਭਇਓ। ਸੱਚੇ ਪਾਤਸ਼ਾਹ ਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਸੁੱਤ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ, ਜਦੋਂ ਹਰ ਭਗਤ ਨਰੰਜਣੀਏ ਨੇ ਭਾਈ ਤਾਰੂ ਸਿੰਘ ਜੀ ਨੂੰ ਦੀ ਸ਼ਿਕਾਇਤ ਲਗਾਈ ਖਾਨ ਬਹਾਦਰ ਨੂੰ, ਬਈ ਦੋ ਸਿੰਘ ਨੇ ਜੋ ਪੰਥ ਦੀ ਸੇਵਾ ਕਰ ਰਹੇ ਨੇ, ਮਹਿਤਾਬ ਸਿੰਘ ਜੰਗ ਲੜ ਕੇ ਤੇ ਤਾਰੂ ਸਿੰਘ ਪ੍ਰਸ਼ਾਦਾ ਛਕਾ ਕੇ। ਖਾਨ ਬਹਾਦਰ ਨੇ 20 ਬੰਦਿਆਂ ਦੀ ਫੌਜ ਪੂਲੇ ਪਿੰਡ 'ਚ ਪਹੁੰਚੀ। ਭਾਈ ਤਾਰੂ ਸਿੰਘ ਜੀ, ਉਹਨਾਂ ਦੇ ਭੈਣ ਜੀ ਤੇ ਮਾਤਾ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ ਪੜਾਣੇ ਦੀ ਜੇਲ੍ਹ ਦੇ ਅੰਦਰ ਰਾਤ ਰੋਕਿਆ ਗਿਆ। ਜਦੋਂ ਪੜਾਣੇ ਦੀ ਜੇਲ੍ਹ ਦੇ ਅੰਦਰ ਪਹੁੰਚੇ ਤੇ ਉਹਨਾਂ ਦੇ ਭੈਣ ਜੀ ਬੀਬੀ ਤਾਰੋ ਜੀ ਨੂੰ ਰਿਹਾ ਕਰਾ ਲਿਆ। ਭਾਈ ਤਾਰੂ ਸਿੰਘ ਜੀ ਨੂੰ ਰਿਹਾ ਕਰਾਉਣ ਲੱਗੇ, ਪਰ ਉਹਨਾਂ ਨੇ ਮਨਾ ਕਰ ਦਿੱਤਾ। ਭਾਈ ਤਾਰੂ ਸਿੰਘ ਜੀ ਨੇ ਕਿਹਾ ਵੀ ਅਸੀਂ ਸ਼ਹਾਦਤ ਦਾ ਜਾਮ ਪੀਣ ਆਏ ਹਾਂ। ਸਾਡੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਸੀ, ਪਰ ਇਸਲਾਮ ਨਹੀਂ ਕਬੂਲ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ 10ਵੇਂ ਪਾਤਸ਼ਾਹ ਨੇ ਆਪਣੀ ਕਲਮ ਤੋਂ ਲਿਖਿਆ ਹੈ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਸੁਰਲੋਕ ਦੇ ਅੰਦਰ ਇੱਕੋ ਹੀ ਧੁਨੀ ਗੂੰਜ ਗਈ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਉਸੇ ਤਰ੍ਹਾਂ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਨੇ ਵੀ ਸ਼ਹੀਦੀ ਪਾ ਲਈ, ਪਰ ਇਸਲਾਮ ਨਹੀਂ ਕਬੂਲ ਕੀਤਾ। ਚਮਕੌਰ ਦੀ ਗੜੀ ਦੇ ਅੰਦਰ ਪੁਰਜਾ ਪੁਰਜਾ ਕੱਟ ਕੇ ਸ਼ਹੀਦ ਹੋਏ। ਉਪਰੰਤ ਛੋਟੇ ਸਾਹਿਬਜ਼ਾਦੇ ਚਮਕੌਰ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਦੇ ਅੰਦਰ ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਆਪਣੇ ਸਵਾਸ ਛੱਡੇ, ਪਰ ਇਸਲਾਮ ਨਹੀਂ ਕਬੂਲ ਕੀਤਾ। ਭਾਈ ਤਾਰੂ ਸਿੰਘ ਜੀ ਸਾਰੀ ਸੰਗਤ ਨੂੰ ਪੜ੍ਹਾਣੇ ਦੇ ਨੂੰ ਕਹਿੰਦੇ ਨੇ ਬਈ ਇਸਲਾਮ ਕਬੂਲ ਕਰਨ ਦੀ ਸਾਡੀ ਕੋਈ ਵੀ ਮਨਸਾ ਨਹੀਂ ਹੈ, ਸਾਡੀ ਤਾਂ ਸ਼ਹਾਦਤ ਦੇਣ ਦੀ ਮਨਸਾ ਹੈ। ਉਹ ਸ਼ਹਾਦਤ ਦੇਣ ਲਈ ਅਸੀਂ ਜਾ ਰਹੇ ਹਾਂ, ਸਾਨੂੰ ਨਾ ਰੋਕੋ। ਸਾਰੇ ਸਿੰਘਾਂ ਨੇ ਕਿਹਾ ਮਹਾਰਾਜ ਭਾਈ ਤਾਰੂ ਸਿੰਘ ਜੀ, ਇੱਕ ਬੇਨਤੀ ਹੈ, ਸਾਨੂੰ ਖੁੱਲ੍ਹ ਕੇ ਦੱਸੋ ਵੀ ਜਿਹੜੇ ਮੁਗਲ ਨੇ ਉਹਨਾਂ ਨੂੰ ਜਿਹੜੀ ਬਾਦਸ਼ਾਹੀ ਹੈ ਉਹ ਕਿਸ ਤਰ੍ਹਾਂ ਮਿਲੀ ਹੈ। ਭਾਈ ਤਾਰੂ ਸਿੰਘ ਜੀ ਬਚਨ ਕਰਦੇ ਨੇ ਬਈ ਜਿਹੜੇ ਮੁਗਲ ਸੀਗੇ ਇਹਨਾਂ ਤੋਂ ਪਹਿਲੇ ਲੋਧੀਆਂ ਦਾ ਰਾਜ ਸੀਗਾ। ਲੋਧੀਆਂ ਦੇ ਅੰਦਰੋਂ ਜਿਹੜਾ ਵੱਡਾ ਹੋਇਆ ਸਿਕੰਦਰ ਲੋਧੀ, ਉਸਦੇ ਪੁੱਤਰ ਦਾ ਨਾਮ ਸੀ ਇਬਰਾਹੀਮ ਲੋਧੀ, ਜਿਸ ਨੂੰ ਬੈਰਮ ਖਾਨ ਵੀ ਕਹਿੰਦੇ ਨੇ। ਇਬਰਾਹੀਮ ਲੋਧੀ ਜਿਹੜਾ ਸੀ, ਜਿਸ ਦੇ ਨਾਂ ਦੇ ਉੱਤੇ ਲੁਧਿਆਣਾ ਸ਼ਹਿਰ, ਲੋਧੀਆਂ ਦਾ ਸ਼ਹਿਰ ਵਸਿਆ ਹੋਇਆ ਹੈ,
ਉਹ ਇਬਰਾਹਿਮ ਲੋਧੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮਕਾਲੀ ਹੋਇਆ। ਜਿਸ ਵੇਲੇ ਗੁਰੂ ਨਾਨਕ ਸਾਹਿਬ ਹੋਏ ਨੇ ਉਸੇ ਵੇਲੇ ਲੋਧੀਆਂ ਦਾ ਰਾਜ ਹੋਇਆ। ਗੁਰੂ ਨਾਨਕ ਸਾਹਿਬ ਰੋੜੀ ਸਾਹਿਬ ਐਮਨਾਬਾਦ ਵਿਖੇ ਮੌਜੂਦ ਸੀਗੇ। ਉਸ ਵੇਲੇ ਦੀ ਗੱਲ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸੰਗਤ ਨੂੰ ਗੱਲ ਸੁਣਾ ਰਹੇ ਨੇ ਬਈ ਜਿਹੜਾ ਰਾਏ ਬੁਲਾਰ ਸੀ ਉਹ ਨਨਕਾਣਾ ਸਾਹਿਬ ਦਾ ਹੁਕਮਰਾਨ ਸੀ, ਨਨਕਾਣਾ ਸਾਹਿਬ ਦਾ ਚੌਧਰੀ ਸੀ। ਤੇ ਉਧਰੋਂ ਦੌਲਤ ਖਾਨ ਸੀ ਜਿੱਥੇ ਸਤਿਗੁਰਾਂ ਨੇ 13 ਕਹਿ ਕੇ ਤੋਲਿਆ ਹੈ। ਉਹ ਹੱਟੀ ਜੋ ਸੱਚੇ ਪਾਤਸ਼ਾਹ ਦੀ ਸੁਲਤਾਨਪੁਰ ਲੋਧੀ ਦੀ, ਉੱਥੇ ਦੌਲਤ ਖਾਨ ਹੁਕਮਰਾਨ ਸੀ। ਉਹ ਦੌਲਤ ਖਾਨ ਦੇ 4 ਬੱਚੇ ਹੋਏ ਨੇ। ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਚੱਲ ਰਹੀ ਹੈ ਵੀ ਉਹ ਕਿਸ ਤਰ੍ਹਾਂ ਗੁਰੂ ਘਰ ਦੇ ਸ਼ਰਧਾਲੂ ਹੋਏ। ਤੇ ਰਾਏ ਬੁਲਾਰ ਜੋ ਕਿ ਨਨਕਾਣਾ ਸਾਹਿਬ ਦਾ ਚੌਧਰੀ ਸੀ, ਉਹਦਾ ਇੱਕ ਪੁੱਤਰ ਹੋਇਆ ਜੋ ਦਿੱਲੀ ਦਾ ਵਜ਼ੀਰ ਬਣਿਆ ਸੀ। ਉਹ ਕਿਸ ਤਰ੍ਹਾਂ ਲੋਧੀਆਂ ਨੇ ਕਤਲ ਕਰਾਏ ਤੇ ਮੁਗਲ ਬਾਦਸ਼ਾਹ ਬਾਬਰ ਜਿਹੜਾ ਹੈ ਹਿੰਦੁਸਤਾਨ ਤੇ ਚੜ੍ਹ ਕੇ ਆਇਆ। ਉਹ ਕਥਾ ਸਰਵਣ ਕਰਨ ਦੇ ਲਈ ਮਨਚਿਤ ਬਿਰਤੀਆਂ ਇਕਾਗਰ ਕਰੀਏ। ਭਾਈ ਸਾਹਿਬ ਜੀ ਕਥਾ ਸ਼ੁਰੂ ਕਰ ਰਹੇ ਨੇ। ਪਈ ਤਲਵੰਡੀ ਰਾਏ ਭੋਏ ਕੀ ਭਇਓ। ਰਾਏ ਭੋਏ ਦੀ ਤਲਵੰਡੀ ਵਿਖੇ ਨਨਕਾਣਾ ਸਾਹਿਬ ਵੀ ਜਿਸ ਨੂੰ ਅਸੀਂ ਸਾਰੇ ਕਹਿੰਦੇ ਹਾਂ। ਕਹਾਂ ਜਨਮ ਗੁਰੂ ਨਾਨਕ ਲਿਓ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ 1536 ਕੱਤਕ ਦੀ ਪੂਰਨਮਾਸ਼ੀ ਬਿਕਰਮੀ ਨੂੰ ਅਵਤਾਰ ਧਾਰਿਆ। ਬਹੁਤ ਬਾਲਕ ਨੂੰ ਦਰਸ ਕਰ ਲਿਓ। ਉਹਨਾਂ ਦੇ ਬਾਲਕ ਰੂਪ ਦੇ ਅੰਦਰ ਸਾਰੀ ਸੰਗਤ ਨੇ, ਦੌਲਤਾਂ ਦਾਈ ਨੇ ਦਰਸ਼ਨ ਕੀਤੇ। ਹਰਦਿਆਲ ਪੰਡਤ ਨੇ, ਰਾਏ ਬੁਲਾਰ ਨੇ, ਕਾਜੀ ਮੁਲਾਣਿਆਂ ਨੇ ਦਰਸ਼ਨ ਕੀਤੇ। ਸਤਿਗੁਰਾਂ ਦਾ ਸਰੂਪ ਦੇਖ ਕੇ ਨਦਰੋ ਨਦਰ ਨਿਹਾਲ ਹੋਏ। ਤਿਸਤੇ ਵਜ਼ੀਰ ਦਿੱਲੀ ਕੋ ਭਇਓ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਰ ਮਿਲਿਆ। ਰਾਏ ਬੁਲਾਰ ਦਾ ਜੋ ਪੁੱਤਰ ਸੀ ਉਸ ਨੂੰ ਦਿੱਲੀ ਦੀ ਵਜ਼ੀਰੀ ਮਿਲ ਗਈ। ਵੀ ਥੇ ਕਛ ਸਤਿਗੁਰ ਜਾਣੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀਗਾ, ਕਿਉਂਕਿ ਗੁਰਬਾਣੀ ਦਾ ਬਚਨ ਹੈ ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ। ਜਿਸ ਤੇ ਸਾਧੂ ਖੁਸ਼ੀ ਕਰ ਦਿੰਦੇ ਨੇ ਨਾ, ਉਸ ਨੂੰ ਟਹਿਲ ਤੇ ਮਹਿਲ ਦੋਨੇ ਹੀ ਚੀਜ਼ਾਂ ਮਿਲ ਜਾਂਦੀਆਂ। ਸੋ ਦਿੱਲੀ ਮੰਡੀ ਭੋਏ ਰਾਣੈ। ਸੋ ਦਿੱਲੀ ਦਾ ਜੋ ਹੁਕਮਰਾਨ ਸੀਗਾ ਇਬਰਾਹੀਮ ਲੋਧੀ, ਉਹ ਇਬਰਾਹੀਮ ਲੋਧੀ ਦੇ ਕੋਲ ਵਜ਼ੀਰ ਦਿੱਲੀ ਦੇ ਬਾਦਸ਼ਾਹ ਦੇ ਕੋਲ ਲੱਗ ਗਿਆ। ਪੁੱਤਰ ਜੋ ਕਿ ਰਾਏ ਭੋਏ ਦੀ ਤਲਵੰਡੀ ਦੇ ਰਾਏ ਬੁਲਾਰ ਦਾ ਪੁੱਤਰ ਸੀ। ਫੌਜਦਾਰ ਤੋਂ ਪੁਰ ਸੁਲਤਾਨ। ਫੌਜਦਾਰ ਸੀਗਾ ਉੱਥੇ ਦਾ ਜਿਹੜਾ ਮੇਨ ਜਿਹੜਾ ਸਾਰਾ ਬੰਦੋਬਸਤ ਦੇਖਦਾ ਸੀ। ਇਸਕੇ ਮੋਦੀ ਸਤਿਗੁਰ ਭਏ। ਸੱਚੇ ਪਾਤਸ਼ਾਹ ਮਹਾਰਾਜ ਦੂਜੇ ਪਾਸੇ ਦੌਲਤ ਖਾਨ ਜਿਹੜਾ ਸੀ ਉਸਦੇ ਕੋਲ ਸੁਲਤਾਨਪੁਰ ਲੋਧੀ 13 ਕਹਿ ਕੇ ਮਹਾਰਾਜ ਨੇ ਤੋਲਿਆ। ਕਲਾ ਧਾਰਨ ਸਨੇਨਕ ਲੈ। ਸੱਚੇ ਪਾਤਸ਼ਾਹ ਨੇ ਜਾਣ ਲਿਆ ਗੁਰੂ ਨਾਨਕ ਦੇਵ ਜੀ ਨੂੰ ਵੀ ਦੌਲਤ ਖਾਨ ਨੇ ਵੀ ਇਹ ਤੇ ਕਲਾਧਾਰੀ ਨੇ। ਤੁਸੀਂ ਜਦੋਂ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਜਾਓਗੇ ਉੱਥੇ ਗੁਰਦੁਆਰਾ ਅੰਤਰਯਾਮਤਾ ਸਾਹਿਬ ਹੈਗਾ। ਜਦੋਂ ਮਹਾਰਾਜ ਜੀ ਵੇਈ ਨਦੀ ਤੋਂ ਬਾਹਰ ਨਿਕਲੇ 3 ਦਿਨ ਬਾਅਦ ਤੇ ਮਹਾਰਾਜ ਨੇ ਬਚਨ ਕੀਤਾ ਬਈ ਨਾ ਕੋਈ ਹਿੰਦੂ ਨਾ ਮੁਸਲਮਾਨ। ਸੱਚੇ ਪਾਤਸ਼ਾਹ ਨੇ ਜੋ ਈਮਾਨ ਬੰਦੇ ਦਾ ਉਸ ਨੂੰ ਸਭ ਤੋਂ ਉੱਚੀ ਥਾਂ ਦਿੱਤੀ। ਤੇ ਦੌਲਤ ਖਾਨ ਨੇ ਕਿਹਾ ਮਹਾਰਾਜ ਠੀਕ ਹੈ, ਤੁਸੀਂ ਹਿੰਦੂ ਤੇ ਮੁਸਲਮਾਨ ਦੋਨਾਂ ਨੂੰ ਹੀ ਬਰਾਬਰ ਸਮਝਦੇ ਹੋ। ਜੇ ਦੋਨਾਂ ਨੂੰ ਬਰਾਬਰ ਸਮਝਦੇ ਹੋ ਤੇ ਫੇਰ ਸਾਡੇ ਨਾਲ ਨਮਾਜ਼ ਪੜ੍ਹ ਲਓ। ਸੱਚੇ ਪਾਤਸ਼ਾਹ ਨੇ ਕਿਹਾ ਚਲੋ ਨਮਾਜ਼ ਪੜ੍ਹਦੇ ਹਾਂ ਤੁਹਾਡੇ ਨਾਲ। ਆਪ ਸਾਰੇ ਸਾਥੀ ਜਾਣਦੇ ਹੋ ਮਹਾਰਾਜ ਜੀ ਨਵਾਬ ਦੇ ਨਾਲ ਦੌਲਤ ਖਾਨ ਵੀ ਨਾਲ ਸੀ, ਕਾਜੀ ਵੀ ਨਾਲ ਸੀ। ਸੱਚੇ ਪਾਤਸ਼ਾਹ ਜਿੱਥੇ ਅੱਜ ਗੁਰਦੁਆਰਾ ਅੰਤਰਯਾਮਤਾ ਸਾਹਿਬ ਹੈ ਉੱਥੇ ਪਹੁੰਚ ਗਏ। ਮਹਾਰਾਜ ਜੀ ਨੇ ਨਾਲ ਕਾਜੀ ਵੀ ਨਮਾਜ਼ ਪੜ੍ਹਨ ਬੈਠ ਗਿਆ ਤੇ ਦੌਲਤ ਖਾਨ ਵੀ ਨਮਾਜ਼ ਪੜ੍ਹਨ ਲੱਗ ਪਿਆ। ਤੇ ਸੱਚੇ ਪਾਤਸ਼ਾਹ ਨੂੰ ਦੇਖਣ ਦੇ ਲਈ ਸਾਰੀ ਸੁਲਤਾਨਪੁਰ ਲੋਧੀ ਦੀ ਸੰਗਤ ਆ ਗਈ ਬਈ ਅੱਜ ਨਾਨਕ ਫਕੀਰ ਮੁਸਲਮਾਨਾਂ ਦੀ ਕਲਾਮ ਪੜ੍ਹੇਗਾ। ਜਦੋਂ ਇਹ ਗੱਲ ਦੇਖਣ ਲਈ ਆਏ ਤੇ ਗੁਰੂ ਨਾਨਕ ਸਾਹਿਬ ਖੜੇ ਹੀ ਰਹੇ, ਨਾ ਕਾਜੀ ਦੇ ਨਾਲ ਨਮਾਜ਼ ਪੜ੍ਹੀ ਨਾ ਦੌਲਤ ਖਾਨ ਦੇ ਨਾਲ। ਤੇ ਦੋਨਾਂ ਨੇ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਸੀਗੇ ਅੱਲਾ ਇੱਕ ਹੈ ਤੇ ਨਮਾਜ਼ ਕਿਉਂ ਨਹੀਂ ਪੜ੍ਹੀ ਸਾਡੇ ਨਾਲ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿਹਦੇ ਨਾਲ ਨਮਾਜ਼ ਪੜ੍ਹਦੇ ਕਾਜੀ ਸਾਹਿਬ, ਤੁਹਾਡੀ ਤਾਂ ਘੋੜੀ ਨੇ ਬਛੇਰੀ ਦਿੱਤੀ ਹੋਈ ਸੀ, ਤੁਹਾਡਾ ਧਿਆਨ ਤਾਂ ਸੀਗਾ ਵੀ ਉਹ ਖੂਹ 'ਚ ਨਾ ਗਿਰ ਜਾਵੇ। ਦੌਲਤ ਖਾਨ ਕਹਿੰਦਾ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਬੋਲੇ ਦੌਲਤ ਖਾਨ ਜੀ
ਤੁਹਾਡਾ ਮਨ ਤੇ ਘੋੜਿਆਂ ਦਾ ਵਪਾਰ ਕਰਨ ਦੇ ਲਈ ਕਾਬਲ ਕੰਧਾਰ 'ਚ ਗਿਆ ਹੋਇਆ ਸੀ, ਤੁਹਾਡੇ ਨਾਲ ਕਿੱਦਾਂ ਪੜ ਲੈਂਦੇ। ਦੋਨੋਂ ਹੀ ਨਮੋਸ਼ ਹੋਏ, ਬਹੁਤ ਸਿਰ ਨੀਵਾਂ ਕਰ ਲਿਆ ਬਈ ਸੱਚੇ ਪਾਤਸ਼ਾਹ ਨੇ ਤਾਂ ਸਾਡੀ ਮਨ ਦੀ ਬਿਰਤੀ ਜਾਣ ਲਈ ਹੈ। ਸੋ ਦੌਲਤ ਖਾਨ ਦੀ ਕਥਾ ਭਾਈ ਤਾਰੂ ਸਿੰਘ ਜੀ ਪੜਾਣੇ ਦੀ ਜੇਲ੍ਹ ਦੇ ਅੰਦਰ ਦੱਸ ਰਹੇ ਨੇ, ਕੋਤਵਾਲੀ ਦੇ ਅੰਦਰ ਦੱਸ ਰਹੇ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਤਰਯਾਮੀ ਸੀਗੇ। ਇਹ ਗੱਲ ਦੌਲਤ ਖਾਨ ਜਾਣਦਾ ਸੀ। ਜਿਸਕੇ ਘਰ ਥੀ ਦੋਏ ਪਠਾਣੀ, ਉਹਦੇ ਘਰ 2 ਇਸਤਰੀਆਂ ਸੀਗੀਆਂ। ਬਿਨਾ ਪੁੱਤਰ ਤੇ ਭਈ ਸਿਆਣੀ, ਉਹ ਪੁੱਤਰ ਨਾ ਹੋਇਆ, ਤਕਰੀਬਨ 40 ਤੋਂ ਲੈ ਕੇ 45 ਸਾਲ ਦੀ ਉਮਰ ਹੋ ਗਈ। ਤੇ ਉਹ ਜਿਹੜੀ ਦੋਨੋਂ ਇਸਤਰੀਆਂ ਸੀਗੀਆਂ ਮੁਸਲਮਾਨੀਆਂ ਪਠਾਣੀਆਂ, ਉਹਨਾਂ ਦੇ ਪੁੱਤਰ ਨਾ ਹੋਇਆ। ਦੋਹਰਾ ਪੁਨ ਮੈਂ ਮਾ ਸਤਿਗੁਰ ਸੁਣੀ, ਆਈ ਦਰਸ ਹਜੂਰ। ਉਹਨਾਂ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣੀ ਬਈ ਤੁਹਾਡਾ ਆਪਣੇ ਘਰਲੇ ਨੂੰ ਕਿਹਾ, ਕਿਉਂਕਿ ਜਿਹੜੀ ਪਹਿਲੇ ਇਸਤਰੀਆਂ ਸੀ ਘਰਲੇ ਨੂੰ ਪੁੱਛੇ ਤੋਂ ਬਗੈਰ ਬਾਹਰ ਨਹੀਂ ਜਾਂਦੀਆਂ ਸੀ, ਮਰਿਆਦਾ ਸੀ। ਉਹਨਾਂ ਨੇ ਕਿਹਾ ਦੌਲਤ ਖਾਨ ਜੀ ਵੀ ਤੁਹਾਡੇ ਮੋਦੀ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਵੀ ਸੁਣਿਆ ਬੜਾ ਕਰਾਮਾਤੀ ਨੇ, ਸਾਡੀ ਉਮਰ ਹੁਣ ਲੰਘਦੀ ਜਾ ਰਹੀ ਹੈ, ਅਸੀਂ ਸਿਆਣੀਆਂ ਹੋ ਗਈਆਂ, ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇਗੀ ਜੇ ਤੁਸੀਂ ਕਿਰਪਾ ਕਰੋ ਸਾਨੂੰ ਜਾਣ ਦੀ ਇਜਾਜ਼ਤ ਦਿਓ। ਉਹ ਦੋਵੇਂ ਲੜਕੀਆਂ ਜਿਹੜੀ ਪਠਾਣੀਆਂ ਸੀਗੀਆਂ ਮਹਾਰਾਜ ਦੇ ਕੋਲ ਸ਼ਮਸ਼ਾਨ ਘਾਟ ਆਈਆਂ। ਸੱਚੇ ਪਾਤਸ਼ਾਹ ਭਗਤੀ ਕਰ ਰਹੇ ਸੀ। ਮਹਾਰਾਜ ਬੇਰੀ ਦੇ ਦਰਖਤ ਥੱਲੇ ਬੈਠੇ ਸੀਗੇ ਤੇ ਕਿਹਾ ਮਹਾਰਾਜ ਤੁਸੀਂ ਅੰਤਰਯਾਮੀ ਹੋ, ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ, ਸਭ ਕੁਝ ਦੇਣ ਵਾਲੀ ਸਮਰੱਥਾ ਰੱਖਦੇ ਹੋ, ਸਾਡੀ ਪੁੱਤਰਾਂ ਨੂੰ ਪਾਉਣ ਦੀ ਇੱਛਾ ਹੈ। ਸੱਚੇ ਪਾਤਸ਼ਾਹ ਭਗਤੀ ਦੇ ਅੰਦਰ ਲੀਨ ਸੀਗੇ, ਟੁੱਟ ਗਏ ਤੇ ਬੇਰ ਦਾ ਜਿਹੜਾ ਥੱਲੇ ਆ ਰਿਹਾ ਸੀ ਬ੍ਰਿਖ, 4 ਬੇਰ ਤੋੜ ਲਏ। 2 ਬੇਰ ਇੱਕ ਇਸਤਰੀ ਨੂੰ ਦਿੱਤੇ, ਦੂਜੀ ਪਠਾਣੀ ਨੂੰ ਦਿੱਤੇ ਤੇ ਕਿਹਾ ਤੁਹਾਡੇ ਘਰ 2 ਪੁੱਤਰ ਹੋਣਗੇ। ਉਹਨਾਂ ਦੇ ਨਾਮ ਵੀ ਪਹਿਲੇ ਹੀ ਦੱਸ ਦਿੱਤੇ ਬਈ ਇਹਨਾਂ ਦੇ ਗਾਜੀ ਖਾਂ, ਜੌਨੀ ਖਾਂ, ਇਹ ਨਾਮ ਪਹਿਲਾਂ ਹੀ ਰੱਖ ਦੇਣਾ। ਪਹਿਲਾਂ ਹੀ ਨਾਮ ਦੱਸ ਕੇ 4 ਪੁੱਤਰਾਂ ਦਾ ਵਰ ਦੋਨੋਂ ਇਸਤਰੀਆਂ ਨੂੰ ਦੇ ਦਿੱਤਾ। ਦੋਏ ਪੁੱਤਰ ਮਿਲੇ ਥੀ ਯਹੀ ਜ਼ਰੂਰ। ਉਹਨਾਂ ਦੀ ਜੋ ਲੋੜ ਸੀਗੀ, ਕਿਉਂਕਿ ਸੱਚੇ ਸਤਿਗੁਰਾਂ ਕੋਲ ਆਉਣ ਦਾ ਤਾਂ ਹੀ ਫਾਇਦਾ ਹੈ ਨਾ ਵੀ ਜੋ ਮਨ ਦੀ ਇੱਛਾ ਹੈ ਉਹ ਪੂਰੀ ਨਾ ਹੋਈ ਤੇ ਕੀ ਫਾਇਦਾ। ਅੱਜ ਕਈ ਬੜੇ ਝੂਠੇ ਵੀ ਨੇ ਜੋ ਜੇਲ੍ਹਾਂ 'ਚ ਬੈਠੇ ਨੇ, ਉਹ ਇੱਛਾ ਨਹੀਂ ਪੂਰੀ ਕਰ ਸਕੇ ਤਾਂ ਹੀ ਤਾਂ ਜੇਲ੍ਹਾਂ 'ਚ ਬੈਠੇ। ਜਿਹੜੇ ਸੱਚੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਤੁਸੀਂ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਕੋਲ ਇੱਕ ਚਿੱਤ ਹੋ ਕੇ ਅਰਦਾਸ ਕਰੋ, ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ, ਜੋ ਮਨ ਦੀ ਇੱਛਾ ਉਹ ਪੂਰੀ ਹੋ ਜਾਵੇਗੀ। ਪਰ ਇੱਕ ਗੱਲ ਸੰਗਤ ਜੀ ਜ਼ਰੂਰ ਯਾਦ ਰੱਖਣਾ, ਮਹਾਰਾਜ ਦੀ ਬਾਣੀ ਕਹਿੰਦੀ ਹੈ ਬਾਰ-ਬਾਰ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਉਸ ਵਾਹਿਗੁਰੂ ਅਕਾਲ ਪੁਰਖ ਦੇ ਕੋਲ ਸਭ ਦੀ ਮੰਗ ਇੱਕ ਤਾਂ ਨਹੀਂ ਹੋ ਸਕਦੀ, ਸਾਰੇ ਤਾਂ ਵਾਹਿਗੁਰੂ ਨੂੰ ਮੰਗ ਨਹੀਂ ਸਕਦੇ ਵੀ ਸਾਨੂੰ ਵਾਹਿਗੁਰੂ ਹੀ ਮਿਲ ਜਾਣ। ਪਰ ਜੇ ਤੁਸੀਂ ਵਾਹਿਗੁਰੂ ਤੋਂ ਵਾਹਿਗੁਰੂ ਨੂੰ ਮੰਗੋਗੇ ਤੇ ਤੁਹਾਨੂੰ ਕਦੇ ਵੀ ਦੁੱਖ ਨਹੀਂ ਹੋਵੇਗਾ। ਇਸ ਗੱਲ ਦਾ ਗੁਰਬਾਣੀ ਮੋਹਰ ਲਗਾਉਂਦੀ ਹੈ। ਤੇ ਉਹ 4 ਜਿਹੜੇ ਪੁੱਤਰ ਸੀਗੇ ਦੋਵੇਂ ਇਸਤਰੀਆਂ ਨੂੰ ਪ੍ਰਾਪਤ ਹੋਏ। ਗਾਜੀ ਖਾਂ ਗਜ ਮਸਤ ਸੋ ਖਾਨ। ਇੱਕ ਦਾ ਨਾਮ ਪਹਿਲੇ ਦਾ ਰੱਖਿਆ ਗਾਜੀ ਖਾਂ, ਦੂਜੇ ਦਾ ਗਜਮਸਤ ਖਾਂ। ਮੀਰ ਖਾਨ ਖਾਨ ਜੋਲ ਪਠਾਨ। ਮੀਰ ਖਾਨ ਤੇ ਜੌਨੀ ਖਾਨ ਪਠਾਨ, 4ਾਂ ਦੇ ਨਾਮ ਗੁਰੂ ਨਾਨਕ ਸਾਹਿਬ ਨੇ ਜੋ ਪਹਿਲਾਂ ਹੀ ਦੱਸੇ ਸੀ ਉਹੀ ਰੱਖ ਦਿੱਤੇ ਦੌਲਤ ਖਾਨ ਦੀ ਪਠਾਣੀ ਇਸਤਰੀਆਂ ਨੇ। ਹੁਣ ਦਿੱਲੀ ਜਾਏ ਨਵਾਬੀ ਪਾਈ। ਦਿੱਲੀ ਜਾ ਕੇ ਫੇਰ ਇਬਰਾਹੀਮ ਲੋਧੀ ਦੇ ਕੋਲ, ਬੈਰਮ ਖਾਨ ਦੇ ਕੋਲ ਜਾ ਕੇ ਵਜ਼ੀਰੀ ਮਿਲੀ, ਕਿਉਂਕਿ ਸੱਚੇ ਪਾਤਸ਼ਾਹ ਦੀ ਖੁਸ਼ੀ ਸੀ। ਉਹ ਮੁਸਲਮਾਨ ਸਿੱਖ ਸੀਗੇ, ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ, ਕਿਉਂਕਿ ਸੱਚੇ ਪਾਤਸ਼ਾਹ ਦੇ ਜਨਮ ਬਚਨ ਦੇ ਨਾਲ ਜਨਮ ਹੋਇਆ ਸੀ। ਤੇ ਉਹ ਜਿਹੜੇ 4 ਬੇਟੇ ਸੀਗੇ ਪਠਾਣੀਆਂ ਦੇ, ਜਪਜੀ ਸਾਹਿਬ ਦਾ ਪਾਠ ਕਰਦੇ ਸੀ, ਗੁਰੂ ਘਰ ਦੇ ਸਿੱਖ ਸੀਗੇ। ਦੀ ਪਤਸ਼ਾਹੀ ਲੋਧੀ ਪਠਾਣਾ। ਪਾਤਸ਼ਾਹੀ ਜਿਹੜੀ ਸੀਗੀ ਉਹ ਲੋਧੀਆਂ ਦੇ ਕੋਲ ਸੀਗੀ। ਅੱਜ ਕਈਆਂ ਨੂੰ ਇਸ ਗੱਲ ਦਾ ਥੋੜਾ ਜਿਹਾ ਕਨਫਿਊਜ਼ਨ ਰਹਿੰਦਾ ਹੈ, ਭਰਮ ਰਹਿੰਦਾ ਹੈ ਵੀ ਲੋਕ ਜਿਹੜੇ ਲੋਧੀ ਸੀਗੇ, ਪਠਾਨ ਸੀਗੇ ਤੇ ਮੁਗਲ ਸੀਗੇ ਉਹ ਇੱਕੋ ਸੀਗੇ। ਗੁਰਬਾਣੀ ਦੇ ਅੰਦਰ ਆਇਆ ਵੀ ਜਿਹੜੇ ਮੁਗਲ ਨੇ ਉਹ ਬਾਅਦ ਚੋਂ ਆਏ। ਮੁਗਲ ਪਠਾਣਾ ਭਈ ਲੜਾਈ, ਉਹਨਾਂ ਦੀ ਪਠਾਣਾ ਦੇ ਨਾਲ ਲੜਾਈ ਹੋਈ ਹੈ। ਬਾਬਰ ਜਿਹੜਾ ਹੈ ਉਹ ਮੁਗਲ ਬਾਦਸ਼ਾਹ ਹੈ। ਸੱਚੇ ਪਾਤਸ਼ਾਹ ਦਾ ਬਚਨ ਹੈ ਨਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਉਹ ਹਿੰਦੁਸਤਾਨ ਨੂੰ ਡਰਾਉਣ ਦੇ ਲਈ ਬਾਬਰ ਚੜ੍ਹ ਕੇ ਆਇਆ, ਉਹ ਮੁਗਲ ਸੀਗਾ। ਤੇ ਹੁਣ ਜਿਨ੍ਹਾਂ ਕੋਲ ਲੁਧਿਆਣਾ ਜਿਹੜਾ ਵਸਿਆ ਹੋਇਆ ਹੈ,
ਦੌਲਤ ਖਾਂ ਵੀ ਲੋਧੀ ਹੈ ਤੇ ਦਿੱਲੀ ਦਾ ਬਾਦਸ਼ਾਹ ਵੀ ਲੋਧੀ ਹੈ। ਨਾਮ ਸਿਕੰਦਰ ਸ਼ਾਹ ਸਿਕਾਣਾ। ਸਿਕੰਦਰ ਜਿਹੜਾ ਸੀਗਾ ਵੱਡਾ, ਇਹਨਾਂ ਦਾ ਸਿਕੰਦਰ ਲੋਧੀ, ਜਿਹੜਾ ਕਬੀਰ ਸਾਹਿਬ ਦੇ ਸਮੇਂ ਵੀ ਹੋਇਆ, ਜਿਸ ਨੇ ਮਹਾਰਾਜ ਦੀ ਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ ਵੀ ਹਾਥੀ ਦੇ ਅੱਗੇ ਰੋੜ ਦਿੱਤਾ ਸੀ, ਗੰਗਾ ਦੇ ਅੰਦਰ ਜੰਜੀਰਾਂ ਪਾ ਕੇ ਸੁੱਟ ਦਿੱਤਾ ਸੀ। ਬਚਨ ਹੈ ਗੁਰੂ ਗ੍ਰੰਥ ਸਾਹਿਬ ਦਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਸੋ ਉਹ ਜਿਹੜਾ ਵੱਡਾ ਸੀਗਾ ਇਹਨਾਂ ਦਾ ਸਿਕੰਦਰ ਲੋਧੀ ਦਾ ਹਿੰਦੁਸਤਾਨ ਦੇ ਉੱਤੇ ਰਾਜ ਸੀ, ਤੇ ਉਸ ਰਾਜ ਨੂੰ ਖਤਮ ਕਰਨ ਦੇ ਲਈ ਹੁਣ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੋ ਹੋਏ ਸੁਤ ਬੈਰਮ ਖਾਰਿਓ। ਉਹ ਜਿਹੜਾ ਬੈਰਮ ਖਾਨ ਸੀਗਾ ਉਸ ਦਾ ਪੁੱਤਰ, ਜਿਸ ਦਾ ਦੂਸਰਾ ਨਾਮ ਇਬਰਾਹੀਮ ਲੋਧੀ ਹੈ, ਦਿੱਲੀ ਤਖਤ ਤੇ ਸੋ ਬਹਿਓ। ਉਹ ਦਿੱਲੀ ਦੇ ਤਖਤ ਦੇ ਉੱਤੇ ਬਹਿ ਗਿਆ। ਤੋ ਖੇਲ ਤੋਂ ਲੜਕਨ ਨਾਲ। ਖੇਲ ਜਿਹੜਾ ਉਹਦਾ ਸੀ, ਹਾਂਜੀ, ਤੋ ਖੇਲ ਤੋਂ ਲੜਕਨ ਨਾਲ। ਉਹ ਜਿਹੜਾ ਆਪਸ ਦੇ ਅੰਦਰ ਸ਼ਰਾਰਤਾਂ ਕਰਦਾ ਰਹਿੰਦਾ ਸੀ, ਸਿਆਣਾ ਨਹੀਂ ਸੀਗਾ, ਕਦੇ ਕਿਸੇ ਨੂੰ ਮਰਵਾ ਦਿੰਦਾ ਸੀ। ਸੂਬੇ ਕੀਨੇ ਸੋਈ ਬਾਲ। ਜੋ ਛੋਟੇ ਛੋਟੇ ਉਮਰ ਦੇ ਲੜਕੇ ਸੀ, ਜਵਾਨ ਲੜਕੇ ਸੀ, ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ। ਸਭ ਤੋਂ ਪਹਿਲੀ ਜਿਹੜਾ ਵਜ਼ੀਰ ਬਣਾਇਆ ਉਹ ਨਨਕਾਣਾ ਸਾਹਿਬ ਦਾ ਜੋ ਰਾਏ ਬੁਲਾਰ ਸੀਗਾ, ਉਸ ਦੇ ਪੁੱਤਰ ਨੂੰ ਬਣਾਇਆ। ਤੇ ਦੌਲਤ ਖਾਨ ਜਿੱਥੇ ਮਹਾਰਾਜ ਨੇ 13 ਕਹਿ ਕੇ ਤੋਲਿਆ, ਉੱਥੇ ਦੇ ਉਹਦੇ ਚਾਰੋਂ ਪੁੱਤਰ ਜੋ ਗੁਰੂ ਨਾਨਕ ਦੇਵ ਜੀ ਦੇ ਵਰਨਲ ਹੋਏ ਸੀ, ਉਹਨਾਂ ਨੂੰ ਵੀ ਬਾਦਸ਼ਾਹੀ ਦਿੱਤੀ, ਥੋੜੇ ਉੱਥੇ ਵੱਡੇ ਅਹੁਦੇ ਦਿੱਤੇ। ਸੋ ਬੰਦੋਬਸਤ ਨਾ ਹੁੰਦੇ ਭਏ। ਉਹਨਾਂ ਤੋਂ ਬੰਦੋਬਸਤ ਜਿਹੜਾ ਸੀਗਾ ਲੋਧੀਆਂ ਤੋਂ ਚੱਲ ਨਹੀਂ ਰਿਹਾ ਸੀ। ਜਿਹੜੇ ਉਹ ਚਾਰੋਂ ਪੰਜੋ ਲੜਕੇ ਸੀਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਹੋਏ ਸੀ, ਉਹ ਬਾਦਸ਼ਾਹ ਨੂੰ ਵਾਰ-ਵਾਰ ਕਹਿੰਦੇ ਰਹਿੰਦੇ ਸੀ ਇਬਰਾਹਿਮ ਲੋਧੀ ਨੂੰ, ਬਈ ਤੂੰ ਆਪਣੀਆਂ ਭੈੜੀਆਂ ਹਰਕਤਾਂ ਛੱਡ ਦੇ, ਵਰਨਾ ਤੇਰੇ ਹੱਥੋਂ ਰਾਜ ਚਲਾ ਜਾਏਗਾ। ਪਰ ਮਸੂਬਨ ਪਰਪਦੀ ਲਗਏ। ਪਰ ਉਸਨੇ ਕਿਹਾ ਵੀ ਮੈਨੂੰ ਗਲਤ ਬੋਲ ਰਹੇ ਨੇ। ਇੱਕ ਤਾਂ ਜਵਾਨੀ ਦੀ ਅਵਸਥਾ ਹੋਵੇ, ਉਤੋਂ ਸ਼ਰਾਬ ਦਾ ਜਿਹੜਾ ਸ਼ੌਕੀਨ ਹੋਵੇ ਬੰਦਾ, ਤੇ ਤੀਸਰਾ ਉਸਨੂੰ ਇਸਤਰੀਆਂ ਦਾ ਵੀ ਥੋੜਾ ਜਿਹਾ ਜਵਾਨੀ ਦੇ ਅੰਦਰ ਸ਼ੌਂਕ ਹੋਵੇ। ਤੇ 10ਵੇਂ ਪਾਤਸ਼ਾਹ ਆਪਣੀ ਕਲਮ ਦੇ ਨਾਲ ਲਿਖਦੇ ਨੇ, ਪਹਿਲਾ ਤਰੁਣ, ਦੂਜੇ ਧਨ ਧਾਮ, ਜਿਨ੍ਹਾਂ ਦੇ ਕੋਲ ਧਨ ਬਹੁਤਾ ਖੁੱਲਾ ਹੋਵੇ। ਤੇ ਮਹਾਰਾਜ ਲਿਖਦੇ ਨੇ ਫਿਰ ਬੱਚੇ ਪਾਪ, ਉਹ ਬੰਦਾ ਪਾਪ ਤੋਂ ਬਚ ਨਹੀਂ ਸਕਦਾ, ਬੱਚੇ ਬਚਾਵੇ ਰਾਮ। ਉਸ ਬੰਦੇ ਨੂੰ ਵਾਹਿਗੁਰੂ ਅਕਾਲ ਪੁਰਖ ਬਚਾ ਲਵੇ ਤਾਂ ਬਚਾ ਲਵੇ। ਜਵਾਨੀ ਹੋਵੇ, ਸ਼ਰਾਬ ਦਾ ਨਸ਼ਾ ਹੋਵੇ, ਹੁਕਮਰਾਨ ਹੋਵੇ ਆਪ, ਤੇ ਧਨ ਘਰ ਦੇ ਅੰਦਰ ਖੁੱਲਾ ਹੋਵੇ, ਵਾਹਿਗੁਰੂ ਉਸ ਨੂੰ ਬਚਾ ਲਵੇ ਤਾਂ ਬਚ ਜਾਏਗਾ। ਸ਼ਾਹ ਬੈਰਮ ਤਾਂ ਪਇਓ ਹੰਕਾਰੇ। ਹੰਕਾਰੀ ਹੋ ਗਿਆ ਬੈਰਮ ਖਾਨ। ਪੁਰਾਤਨ ਸੂਬੇ ਅੰਬੋ ਮਾਰੇ। ਉਸਨੇ ਕੀ ਕੀਤਾ, ਪੁਰਾਤਨ ਜਿਹੜੇ ਸੂਬੇ ਬਜ਼ੁਰਗ ਹੋਏ ਸਿਆਣੇ ਬੰਦੇ ਸੀਗੇ ਉਹ ਮਰਵਾਣੇ ਸ਼ੁਰੂ ਕਰ ਦਿੱਤੇ। ਵੀਰ ਜੋਲ ਦੋਏ ਕੰਧ ਚੜਾਏ। ਤੇ ਜਿਹੜਾ ਦੋ ਪੁੱਤਰ ਸੀਗੇ ਦੌਲਤ ਖਾਨ ਦੇ, ਦੂਸਰੀ ਪਠਾਣੀ ਤੋਂ ਹੋਏ ਸੀਗੇ ਜੌਨ ਖਾਨ ਹੋਏ, ਉਹ ਦੋਨੋਂ ਨੀਹਾਂ 'ਚ ਚੜਵਾ ਦਿੱਤੇ। ਗੱਜ ਮਸਤ ਗਾਜੀ ਦੋਏ ਤੇਗੀ ਘਾਏ। ਗੱਜ ਮਸਤ ਖਾਨ ਤੇ ਗਾਜੀ ਖਾਨ ਦੌਲਤ ਖਾਨ ਦੇ ਦੋਨੋਂ ਪੁੱਤਰ ਕਿਰਪਾਨ ਦੇ ਨਾਲ ਚਟਕਵਾ ਦਿੱਤੇ। ਦੋਹਰਾ ਢੋਲਕ ਪਏ ਮਤ ਦੇਈ ਤੈ ਕਰੀ ਨਾ ਅੱਛੀ ਬਾਤ। ਇਸ ਪ੍ਰਕਾਰ ਦੌਲਤ ਖਾਨ ਨੇ, ਉਹਨਾਂ ਨੇ ਜਿਹੜੀ ਰਾਤ ਇਹ ਸਾਰੀ ਗੱਲ ਹੋਈ, ਤੇ ਜਿਹੜਾ ਰਾਏ ਭੋਏ ਤਲਵੰਡੀ ਦਾ ਰਾਏ ਬੁਲਾਰ ਦਾ ਬੇਟਾ ਸੀ, ਉਸਨੇ ਵਜ਼ੀਰ ਨੇ ਸਮਝਾਇਆ ਵੀ ਤੂੰ ਚੰਗਾ ਨਹੀਂ ਕੀਤਾ, ਬਹੁਤ ਭਲੇ ਬੰਦਿਆਂ ਨੂੰ ਮਰਵਾ ਦਿੱਤਾ ਹੈ। ਬਿਨਾ ਪੁਰਾਤਨ ਸੂਰਿਆ ਮੁਲਕ ਨਾ ਸੰਭਿਓ ਜਾਤ। ਪੁਰਾਣੇ ਬੰਦਿਆਂ ਤੋਂ ਬਿਨਾ, ਸਿਆਣੇ ਬੰਦਿਆਂ ਤੋਂ ਬਿਨਾ ਕਿਸ ਤਰ੍ਹਾਂ ਸੰਭਾਲੀ ਜਾਏਗੀ ਗੱਲਬਾਤ ਸਾਰੀ। ਜੋ ਬਈ ਅੱਛੀ ਕਹੀ ਹੁਣ ਬੁਰੀ ਮਨਾਈ। ਉਹਨਾਂ ਨੇ ਤਾਂ ਤੈਨੂੰ ਚੰਗੀ ਗੱਲ ਕਹੀ ਸੀ, ਤੂੰ ਬੁਰੀ ਮੰਨ ਗਿਆ। ਰਾਏ ਭੋਏ ਪੀ ਦਿਓ ਮਰਾਈ। ਜਦੋਂ ਐਨੀ ਗੱਲ ਰਾਏ ਭੋਏ ਨੇ ਕਹੀ, ਰਾਏ ਬੁਲਾਰ ਦੇ ਪੁੱਤਰ ਨੇ ਕਹੀ, ਉਸਨੂੰ ਵੀ ਮਰਵਾ ਦਿੱਤਾ। ਉਸਕੀ ਕਹਿਵਤ ਹੈ ਜਗਮਾਹੇ। ਤੇ ਉਸਨੂੰ ਵੀ ਮਰਵਾ ਦਿੱਤਾ। ਜਦੋਂ ਹਕੀਮ ਕਹੀ ਦਰਵੇਸ਼ੀ ਆਹੇ। ਜਿਹੜੀ ਸਾਰੀ ਜਦੋਂ ਗੱਲ ਸੀਗੀ, ਸਾਰੀ ਕਚਹਿਰੀ ਨੇ, ਜਿਹੜੇ ਸਿਆਣੇ ਬੰਦੇ ਸੀਗੇ, ਦਰਵੇਸ਼ ਬੰਦੇ ਸੀ, ਉਹਨਾਂ ਨੇ ਕਿਹਾ ਵੀ ਇਬਰਾਹਿਮ ਲੋਧੀ ਤੇ ਪਾਗਲ ਹੋ ਗਿਆ ਹੈ। ਕੋੜੀ ਮੀਏ ਹੋਏ ਮਾਰਿਓ ਕੁਲ ਗਈ ਬਹਾਰੀ। ਹੁਣ ਚੰਗੇ ਬੰਦੇ ਮਾਰੇ ਗਏ ਨੇ, ਹੁਣ ਮਾੜੇ ਬੰਦੇ ਦੀ ਮਾੜੀ ਸੋਚ ਹੈ, ਹੁਣ ਬਹਾਰੀ ਖੁੱਲ ਗਈ ਹੈ, ਹੁਣ ਹੋਰ ਚੰਗੇ ਬੰਦਿਆਂ ਨੂੰ ਮਾਰਨਗੇ ਹੈ। ਵਹੇ ਨਾ ਬਾਕੀ ਮਜਲਸੀ ਛੁੱਟੀ ਪਟਵਾਰੀ। ਹੁਣ ਜਿਹੜੇ ਇਹ ਜਹਾਜ਼ ਹੈ ਚੰਗੇ ਬੰਦਿਆਂ ਦਾ, ਉਹ ਫੁੱਟਣ ਲੱਗ ਪਿਆ। ਰਾਏ ਬੁਲਾਰ ਦੇ ਪੁੱਤਰ ਇੱਕ ਵਜ਼ੀਰ ਜਿਹੜਾ ਸੀ ਉਹ ਮਾਰਿਆ ਗਿਆ। ਦੌਲਤ ਖਾਨ ਪਠਾਨ ਦੀ ਪਠਾਣੀ ਤੋਂ ਜੋ ਪੁੱਤਰ ਗੁਰੂ ਨਾਨਕ ਸਾਹਿਬ ਦੇ ਵਰਨਲ ਹੋਏ ਸੀ ਉਹ ਵੀ ਮਾਰੇ ਗਏ ਨੇ। ਅਧ ਮਾਣੂ ਖਾ
ਆਇਓ ਪਾਤਸ਼ਾਹ ਭਇਓ ਤਰਨਾ ਪੇ। ਕਹਿੰਦੇ ਮਾਨਸ ਖਾਣਾ ਹੋ ਗਿਆ ਹੈ। ਅਸੀਂ ਕਹਿੰਦੇ ਨਹੀਂ ਵੀ ਬੰਦੇ ਖਾਣੇ ਆ, ਵੀ ਜਿਹੜਾ ਬੰਦਿਆਂ ਨੂੰ ਖਾਂਦਾ ਅਘੋਰੀ ਹੁੰਦਾ, ਉਹ ਮਾਨਸ ਖਾਣਾ ਬਣ ਗਿਆ। ਮੀਏ ਕੋਏ ਮਾਰਿਓ ਬੰਦ ਭਏ ਸੋ ਜਾਪੇ। ਮੀਏ ਭੋਏ ਨੂੰ ਜਦੋਂ ਮਾਰ ਦਿੱਤਾ ਰਾਏ ਬੁਲਾਰ ਦੇ ਬੇਟੇ ਨੂੰ, ਮੀਏ ਕੋਏ ਮਾਰੀਏ ਸਭ ਡਰੀ ਕਚਹਿਰੀ। ਸਾਰੀ ਕਚਹਿਰੀ ਡਰ ਗਈ ਬਈ ਜੇ ਵਜ਼ੀਰੇ ਆਜ਼ਮ ਨੂੰ ਹੀ ਮਾਰ ਦਿੱਤਾ, ਹੁਣ ਸਾਡੀ ਪਿੱਛੋਂ ਛੋਟੇ ਬੰਦਿਆਂ ਦੀ ਕੀ ਪੇਸ਼ ਜਾਵੇਗੀ। ਜੀਵਨ ਆਸਾ ਸਭ ਮੁਕੀ ਸ਼ਾ ਮਾਨਿਓ ਕਹਿਰੀ। ਹੁਣ ਜੀਵਨ ਦੀ ਆਸਾ ਸਾਰਿਆਂ ਨੂੰ ਕਚਹਿਰੀ ਦੇ ਅੰਦਰ ਮੁੱਕਣ ਲੱਗ ਪਈ ਬਈ ਇਬਰਾਹਿਮ ਲੋਧੀ ਤਾਂ ਪਾਗਲ ਹੋ ਗਿਆ ਹੈ ਸੱਤਾ ਦੇ ਰਾਜ ਦੇ ਅੰਦਰ। ਉਹ ਨਠਿਓ ਕੋ ਲੁਕਰਿਓ ਕੋ ਆਕੀ ਹੋਈ। ਸਾਰੇ ਬੰਦੇ ਕੋਈ ਨੱਠ ਗਿਆ, ਕੋਈ ਰਿਸ਼ਤੇਦਾਰਾਂ ਵੱਲ, ਕੋਈ ਜੰਗਲਾਂ ਨੂੰ ਆਕੀ ਹੋ ਗਏ ਵੀ ਕਿਧਰੇ ਸਾਨੂੰ ਵੀ ਨਾ ਮਰਵਾ ਦੇਵੇ, ਜਾਨ ਤਾਂ ਸਭ ਨੂੰ ਪਿਆਰੀ ਹੈ। ਕਿਛ ਮੂਏ ਕਿਛ ਖਟ ਬਹਿ। ਕੁਝ ਮੂਏ, ਕੁਝ ਨੂੰ ਮਰਵਾ ਦਿੱਤਾ, ਕੁਝ ਛੁਪ ਗਏ, ਕੁਝ ਰਿਸ਼ਤੇਦਾਰਾਂ ਵੱਲ ਚਲੇ ਗਏ, ਬੀਕਾਨੇਰ ਵੱਲ, ਪਹਾੜਾਂ ਵੱਲ ਚਲੇ ਗਏ। ਫੌਜ ਸਭ ਹੁਣ ਕੋਈ। ਸਾਰੀ ਜਿਹੜੀ ਫੌਜ ਸੀ ਉਹ ਇੱਧਰ ਉੱਧਰ ਹੋ ਗਈ, ਖੇਰੂ ਖੇਰੂ ਹੋ ਗਈ। ਹਲਕਾਰੇ ਨੂੰ ਵੈ ਕਹਿ ਮੋਏ ਹੋਏ ਪਿਓ ਪਿਆਰੇ। ਹੁਣ ਹਲਕਾਇਆ ਹੋਇਆ ਸੀਗਾ, ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ। ਬੇਦੋਸੇ ਮਾਰੇ ਪੁੱਤ ਤੂੰ ਪ੍ਰਭ ਹੰਕਾਰੇ। ਬੈਰਮ ਖਾਨ ਨੇ, ਇਬਰਾਹਿਮ ਲੋਧੀ ਨੇ ਬੇਦੋਸ਼ੇ ਪੁੱਤਰ ਹੀ ਮਾਰ ਦਿੱਤੇ ਰਾਏ ਬੁਲਾਰ ਤੇ ਦੌਲਤ ਖਾਨ ਦੇ। ਨਟ ਕਾਬਲ ਸੁਣ ਆਵੇ ਤੋਹੇ ਵੀ ਦੇਗ ਮਾਰੇ। ਇਹ ਜਦੋਂ ਜਿਵੇਂ ਸਵੇਰੇ ਮਾਰਨਾ ਸੀ ਨਾ, ਜਿਸ ਦਿਨ ਰਾਤ ਇੱਕ ਦਿਨ ਜੇਲ੍ਹ 'ਚ ਰੱਖਿਆ ਸੀ, ਉਹਨਾਂ ਚਾਰਾਂ ਭਰਾਵਾਂ ਨੇ, ਦੌਲਤ ਖਾਨ ਦੇ ਬੇਟਿਆਂ ਨੇ ਇੱਕ ਚਿੱਠੀ ਲਿਖੀ ਆਪਣੇ ਪਿਓ ਨੂੰ। ਰਾਤ ਮਾਰਨ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਵੀ ਪਿਤਾ ਜੀ ਸਾਨੂੰ ਤਾਂ ਇਹਨੇ ਮਰਵਾ ਦਿੱਤਾ। ਜਿਹੜੇ ਪਠਾਨ ਕੌਮ ਹੁੰਦੀ ਆ ਆਪਣਾ ਬਦਲਾ ਜ਼ਰੂਰ ਲੈਂਦੇ ਨੇ। ਉਹਨੇ ਕਿਹਾ ਵੀ ਤੂੰ ਸਾਡੀ ਮੌਤ ਦਾ ਬਦਲਾ ਜ਼ਰੂਰ ਲਈ, ਅਸੀਂ ਬੇਦੋਸ਼ੇ ਪੁੱਤਰ ਹੀ ਬੈਰਮ ਖਾਨ ਨੇ ਮਰਵਾ ਦਿੱਤੇ ਨੇ, ਤੇ ਤੈਨੂੰ ਬੇਨਤੀ ਹੈ ਵੀ ਤੂੰ ਲੁਧਿਆਣਾ ਸ਼ਹਿਰ ਛੱਡ ਕੇ ਗੁਰੂ ਨਾਨਕ ਸਾਹਿਬ ਇਸ ਵੇਲੇ ਅਹਿਮਦਾਬਾਦ ਨੇ, ਸਾਨੂੰ ਪਤਾ ਹੈ ਕਿਉਂਕਿ ਸਰਕਾਰੀ ਬੰਦੇ ਜਿਹੜੇ ਨੇ ਰਿਪੋਰਟਾਂ ਦਿੱਲੀ ਦਰਬਾਰ 'ਚ ਭੇਜਦੇ ਰਹਿੰਦੇ ਸੀਗੇ, ਉਹਨਾਂ ਕੋਲ ਸਾਰੀ ਰਿਪੋਰਟ ਹੁੰਦੀ ਹੈ। ਤੇ ਉਹ ਜਿਹੜੇ ਬੰਦੇ ਸੀਗੇ ਉਹਨਾਂ ਨੇ ਰਿਪੋਰਟ ਭੇਜੀ ਹੋਈ ਸੀ, ਤੇ ਉਹਨਾਂ ਨੂੰ ਪਤਾ ਸੀ ਵਜ਼ੀਰੇ ਆਜ਼ਮ ਦੇ ਬੱਚਿਆਂ ਨੂੰ ਬਈ ਗੁਰੂ ਨਾਨਕ ਸਾਹਿਬ, ਰੋੜੀ ਸਾਹਿਬ, ਗੁਰਦੁਆਰਾ ਸਾਹਿਬ ਐਮਨਾ ਸਾਹਿਬ ਨੇ, ਐਮਨਾਬਾਦ ਦੇ ਅੰਦਰ ਜਾ ਕੇ ਜੋ ਕਿ ਲਹਿੰਦਾ ਪੰਜਾਬ ਹੈ, ਉੱਥੇ ਤੂੰ ਚਲਾ ਜਾ, ਲੁਧਿਆਣਾ ਛੋੜ ਦੇ, ਨਹੀਂ ਤੇ ਇਬਰਾਹਿਮ ਲੋਧੀ ਤੈਨੂੰ ਵੀ ਮਰਵਾ ਦੇਵੇਗਾ। ਤੈਥੋਂ ਸਰੇ ਤੂੰ ਨਾ ਟਲੀ ਜੇ ਅਸੀਂ ਪਿਆਰੇ। ਹਾਂ, ਅਸੀਂ ਤਾਂ ਮੌਤ ਦਾ ਬਦਲਾ ਲੈ ਨਹੀਂ ਸਕੇ, ਪਰ ਤੂੰ ਟਲੀ ਨਾ, ਮੌਤ ਦਾ ਬਦਲਾ ਖੁੱਲ ਕੇ ਲਈ। ਅੱਗੋਂ ਜਾਈ ਮਿਲ ਗੁਰੂ ਤਾਂ ਹੋਵੇ ਕਾਰੇ। ਅੱਗੋਂ ਜਾ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲੀ। ਨਾਨਕ ਨਿਰਮਲ ਪੰਥ ਚਰਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਜਾ ਕੇ ਮਿਲੀ, ਸਾਡੇ ਦੁਖੀਆਂ ਦੀ ਵਾਰਤਾ ਸੁਣਾਈ, ਜਿਨ੍ਹਾਂ ਦੇ ਬਚਨ ਦੇ ਨਾਲ ਅਸੀਂ ਹੋਏ ਆ, ਸਾਨੂੰ ਇਸ ਬਾਦਸ਼ਾਹ ਨੇ ਬੇਬਲੂੜਾ ਹੀ ਮਰਵਾ ਦਿੱਤਾ ਹੈ। ਜੇ ਜਾਵੇਂ ਗੁਰ ਬਚਨ ਲੈਣਾ ਹੋਵੇਂਗੇ ਹਾਰੇ। ਜੇ ਗੁਰੂ ਸਾਹਿਬ ਮਹਾਰਾਜ ਸਾਨੂੰ ਆਪਣਾ ਸਿੱਖ ਜਾਣਦੇ ਨੇ, ਤੇਰਾ ਬਚਨ ਹਾਰਨ ਨਹੀਂ ਦੇਣਗੇ, ਸਾਡੀ ਮੌਤ ਦਾ ਬਦਲਾ ਗੁਰੂ ਸਾਹਿਬ ਜ਼ਰੂਰ ਲੈਣਗੇ ਇਬਰਾਹਿਮ ਲੋਧੀ ਤੋਂ। ਐ ਸਭ ਜਾਣੀ ਜਾਣ ਗੁਰ ਜਾ ਕਰੀ ਪੁਕਾਰੇ। ਗੁਰੂ ਸਾਹਿਬ ਮਹਾਰਾਜ ਜਾਣੀ ਜਾਣ ਨੇ, ਤੂੰ ਆਪਣੀ ਪੁਕਾਰ ਲੈ ਕੇ ਜਾ, ਤੇਰੀ ਜ਼ਰੂਰ ਮਦਦ ਕਰਨਗੇ। ਰਾਤ ਨੂੰ ਮਰਨ ਤੋਂ ਪਹਿਲਾਂ ਚਿੱਠੀ ਭਿਜਵਾ ਦਿੱਤੀ ਪਿਤਾ ਵੱਲ। ਦਿੱਤੇ ਜੋ ਫਰਜ਼ੰਦ ਤੈ ਕਹੀਂ ਤੇ ਉਨ ਮਾਰੇ। ਜੋ ਫਰਜ਼ੰਦ ਤੁਸੀਂ ਸਾਡੀ ਮਾਤਾ ਨੂੰ ਬਖਸ਼ਿਸ਼ ਕੀਤੇ ਸੀਗੇ, ਸ਼ਮਸ਼ਾਨ ਘਾਟ ਦੇ ਅੰਦਰ ਬੇੜੀਆਂ ਤੋੜ ਕੇ 2-2 ਪੁੱਤਰ ਦਿੱਤੇ ਸੀ, ਤੁਹਾਡੇ ਬਚਨਾਂ ਨਾਲ ਹੋਏ ਪੁੱਤਰ ਝਟਕਾ ਦਿੱਤੇ ਨੇ ਬੈਰਮ ਖਾਨ ਨੇ। ਜੋ ਸੁਨ ਦੌਲਤ ਨਟ ਤੁਰਿਓ ਵੈ ਛੱਡ ਲੁਧਿਆਣਾ। ਦੌਲਤ ਖਾਨ ਜਿਹੜਾ ਸੀਗਾ, ਉਹਨੇ ਜਦੋਂ ਆਪਣੇ ਪੁੱਤਰਾਂ ਦੀ ਗੱਲ ਸੁਣੀ, ਹੁਣ ਉਹ ਵਿਚਾਰਾ ਕੋਈ ਮੋਢਾ ਨਾ ਮਿਲਿਆ ਜਿਸ ਦੇ ਉੱਤੇ ਆਪਣਾ ਸਿਰ ਰੱਖ ਕੇ ਰੋ ਸਕੇ। ਉਹਨੇ ਫਟਾਫਟ ਲੁਧਿਆਣਾ ਸ਼ਹਿਰ ਛੱਡ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਓਟ ਤੱਕਣੀ ਚਾਹੀ। ਰਾਹ ਪੁੱਛੋ ਇਮਨਾਬਾਦ ਕੋ ਬਾਂਬੂ ਕਾਸਦ ਧਾਣਾ। ਹੁਣ ਐਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾਣਾ ਚਾਹੁੰਦਾ ਹੈ, ਪਰ ਰਾਹ ਜਿਹੜਾ ਤੁਰਿਆ ਉਹਨੇ ਛੁਪ ਕੇ ਰਾਹ ਲਿਆ, ਜਿਹਨੇ ਬੈਰਮ ਖਾਨ ਨੂੰ ਪਤਾ ਲੱਗ ਜੇ ਮੈਨੂੰ ਰਸਤੇ 'ਚ ਮਰਵਾ ਨਾ ਦੇਵੇ। ਰਾਤ ਦਿਵਸ ਉੱਠ ਦੌੜਿਆ ਕਰ ਕਾਲਾ ਬਾਣਾ। ਕਾਲਾ ਬਾਣਾ ਪਾ ਲਿਆ। ਕਾਲਾ ਬਾਣਾ ਪਾਉਣ ਦਾ ਮਤਲਬ ਹੁੰਦਾ ਵੀ ਸਾਡਾ ਹੁਣ ਕੁਝ ਵੀ ਨਹੀਂ ਰਹਿ ਗਿਆ, ਵੀ ਘਰ ਦੀ ਅੰਸ਼ ਬੰਸ਼ ਜਿਹੜੀ ਹੈ ਉਹ ਝਟਕਾਈ ਗਈ ਹੈ, ਮਰੀ ਗਈ ਹੈ। ਸੋ ਇਸ ਕਰਕੇ ਕਾਲਾ ਬਾਣਾ ਪਾ ਕੇ ਉਸੇ ਵਿਹਾਵੇ ਤੁਰਨ ਕੋ ਨਾ ਸੁਝੈ ਖਾਣਾ। ਇਸ ਪ੍ਰਕਾਰ ਉਸ ਨੂੰ ਹੋਰ ਕੋਈ ਗੱਲ ਨਾ ਸੁਣੀ ਆਪਣੇ ਬੱਚਿਆਂ ਦੀ। ਉਹ ਚਿੱਠੀ ਬਾਰ-ਬਾਰ ਜ਼ਿਹਨ ਦੇ ਅੰਦਰ ਆਉਂਦੀ ਹੈ
ਤੇ ਬਦਲਾ ਲੈਣ ਦੀ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਜੀ ਕੋਲ ਅਹਿਮਨਾਬਾਦ ਗਿਆ। दोहरा जय श्री सतगुर तप करत ऊपर बैठे रोड़। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਉ ਬਣ ਆਈ। ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰੇਤ ਖਾ ਕੇ, ਅੱਕ ਖਾ ਕੇ ਜੋ ਤਪੱਸਿਆ ਕੀਤੀ, ਵਾਹਿਗੁਰੂ ਮੰਤਰ ਨੂੰ ਸਿੱਧ ਕੀਤਾ। ਮਹਾਰਾਜ ਜੀ ਅਹਿਮਨਾਬਾਦ ਦੀ ਧਰਤੀ ਦੇ ਉੱਤੇ ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਰੋੜੀ ਦੇ ਉੱਤੇ ਬੈਠੇ ਨੇ। ਸੱਚੇ ਪਾਤਸ਼ਾਹ ਰੋੜੀਆਂ ਦੇ ਉੱਤੇ ਬੈਠ ਕੇ ਨਾਮ ਜਪ ਰਹੇ ਨੇ। त्राहे त्राहे कर कर गिरो ऊपर चरणन दौड़। ਕਾਲਾ ਜਾਮਾ ਪਾ ਕੇ, ਕਾਲਾ ਚੋਲਾ ਪਾ ਕੇ, ਗਲ ਦੇ ਅੰਦਰ ਦੋਨੋਂ ਹੱਥ ਉੱਪਰ ਕਰਕੇ, ਪੱਲਾ ਲੈ ਕੇ ਮਹਾਰਾਜ ਤਰਾਹੇ ਤਰਾਹੇ ਕਰ ਸ਼ਰਣੀ ਆਏ। ਇਹ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਆਏ ਹਾਂ। जो पई थे सतगुर सब जानी जान। ਸੱਚੇ ਪਾਤਸ਼ਾਹ ਮਹਾਰਾਜ ਸਾਰੀ ਗੱਲ ਜਾਣਦੇ ਸੀ। ਘਟ ਘਟ ਕੇ ਅੰਤਰ ਕੀ ਜਾਣਤ, ਭੱਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਨੂੰ ਪਤਾ ਸੀ ਇਸ ਦੇ ਪੁੱਤਰ ਦੋਨੋਂ ਇਬਰਾਹੀਮ ਲੋਧੀ ਨੇ ਮਰਵਾ ਦਿੱਤੇ ਨੇ। उसका रखने खातर मान। ਉਸ ਦਾ ਮਾਣ ਰੱਖਣ ਦੇ ਲਈ ਮਹਾਰਾਜ ਕਹਿੰਦੇ ਵੀ ਪੂਰੀ ਗੱਲ ਦੱਸ ਕੀ ਹੋਈ ਹੈ। सतगुर बात सबो सुन लई। ਸੱਚੇ ਪਾਤਸ਼ਾਹ ਨੇ ਸਾਰੀ ਗੱਲ ਜਦੋਂ ਸੁਣ ਲਈ, सबो हकीकत दौलत कही। ਹਕੀਕਤ ਜਿਹੜੀ ਸੀਗੀ ਸਾਰੀ ਦੌਲਤ ਖਾਨ ਨੇ ਦੱਸੀ ਬਈ ਰਾਏ ਗੁਲਾਰ ਦਾ ਪੁੱਤਰ ਵੀ ਮਾਰਿਆ ਗਿਆ, ਮੇਰੇ ਦੋਨੋਂ ਪੁੱਤਰ ਤੁਹਾਡੀ ਬਖਸ਼ਿਸ਼ ਨਾਲ ਹੋਏ ਸੀ, ਉਹ ਵੀ ਝਟਕਵਾ ਦਿੱਤੇ ਨੇ। सो सुन सतगुर चुप हवे रहो। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਵੀ ਦੋ ਮੇਰੇ ਪੁੱਤਰਾਂ ਨੂੰ ਨੀਹਾਂ ਦੇ ਅੰਦਰ ਚਿਣਵਾਇਆ, ਦੋ ਨੂੰ ਕਿਰਪਾਨ ਦੀ ਭੇਟਾ ਚੜਵਾਇਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਚੁੱਪ ਧਾਰ ਲਈ। किताबी उत्तर नाहन देओ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਤੇ ਸ਼ਤਾਬਦੀ ਚੁੱਪ ਹੋਏ। ਸੱਚੇ ਪਾਤਸ਼ਾਹ ਨੇ ਕੋਈ ਉੱਤਰ ਨਾ ਦਿੱਤਾ, तब दौलत फिर मिन्नत करी। ਕਿਉਂਕਿ ਕਿਸੇ ਕੋਲ ਜੋ ਦੁੱਖ ਆਇਆ ਹੋਵੇ ਉਸ ਦਾ ਦੁੱਖ ਬੜੇ ਆਰਾਮ ਨਾਲ ਸੁਣਨਾ ਪੈਂਦਾ। ਜੇ ਉਹ ਦੁੱਖ ਸੁਣਾ ਰਿਹਾ ਹੋਵੇ ਵਿੱਚ ਤੁਸੀਂ ਬੋਲ ਪਾਓ ਤੇ ਉਹਦਾ ਦੁੱਖ ਖੁੱਲ ਕੇ ਬਾਹਰ ਨਹੀਂ ਆਉਂਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਮਹਾਪੁਰਖ ਨੇ ਜਿਹੜੇ ਆਪ ਆਪਣੀ ਬਾਣੀ 'ਚ ਲਿਖਦੇ ਨੇ, ਸੁਣਿਆ ਸਿੱਧ ਪੀਰ ਸੁਰਨਾ। ਜਿਹੜੇ ਆਪ ਸਾਨੂੰ ਸੁਣਾਉਣ ਦੀ ਤਾਕਤ ਦਿੰਦੇ ਨੇ, ਉਹ ਆਪ ਤੋਂ ਸੁਣਨ ਦੇ ਬਹੁਤ ਵੱਡੇ ਧਨੀ ਨੇ ਤੇ ਮਹਾਰਾਜ ਦਾ ਪੂਰਾ ਦੁੱਖ ਬਹੁਤ ਪਿਆਰ ਨਾਲ ਸੁਣਦੇ ਨੇ। तब दौलत फिर मिन्नत करी। ਫਿਰ ਦੌਲਤ ਖਾਨ ਨੇ ਇਸ ਤਰ੍ਹਾਂ ਮਿੰਨਤ ਕਰੀ ਮਹਾਰਾਜ ਸੱਚੇ ਪਾਤਸ਼ਾਹ। सिरो लाह पग चरणन धरी। ਉਹਨੇ ਆਪਣੇ ਸਰੀਰ ਸੀਸ ਦੇ ਉੱਤੋਂ ਨਾ ਪੱਗ ਲਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਧਰ ਦਿੱਤੀ ਵੀ ਮਹਾਰਾਜ ਮੇਰੀ ਇੱਜ਼ਤ ਜਿਹੜੀ ਆ ਉਹ ਤੁਹਾਡੇ ਚਰਨਾਂ ਦੀ ਮੁਹਤਾਜ ਹੈ। मैं शरणी तब परयो आए। ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੀ ਕਿਰਪਾ ਕਰਕੇ ਲਾਜ ਰੱਖ ਲਵੋ। भावे मारो भावे जिवाए। ਮਹਾਰਾਜ ਜੀ ਹੁਣ ਮੈਨੂੰ ਮਾਰ ਲਓ ਭਾਵੇਂ ਜਵਾ ਲਓ, ਕਿਉਂਕਿ ਤੁਹਾਡੇ ਘਰ ਦਾ ਬਿਰਧ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਤੁਹਾਡੇ ਘਰ ਦੇ ਵਿੱਚ ਆਉਂਦਾ ਤੁਸੀਂ ਉਸ ਨੂੰ ਸ਼ਰਨ ਵਿੱਚ ਰੱਖਦੇ ਹੋ। बैरन मारे सिख तुहारे। ਮਹਾਰਾਜ ਬੈਰਮ ਖਾਨ ਨੇ ਇਬਰਾਹਿਮ ਲੋਧੀ ਨੇ ਤੁਹਾਡੇ ਬਖਸ਼ੇ ਦੋਨੋਂ ਮੇਰੇ ਪੁੱਤਰ ਮਰਵਾ ਦਿੱਤੇ ਨੇ। तुमरे आगे हमें पुकारे। ਮਹਾਰਾਜ ਤੁਹਾਡੇ ਤੋਂ ਇਲਾਵਾ ਪੂਰੀ ਧਰਤੀ ਦੇ ਉੱਤੇ ਮੇਰੀ ਪੁਕਾਰ ਕੋਈ ਨਹੀਂ ਸੁਣ ਸਕਦਾ। को है सिखन की लाज। ਮਹਾਰਾਜ ਤੁਹਾਨੂੰ ਸਾਡੇ ਗਰੀਬਾਂ ਦੀ ਲਾਜ ਹੈ, ਕਿਰਪਾ ਕਰਕੇ ਮੇਰੇ ਪੁੱਤਰ ਦਾ ਜਿਹੜਾ ਬਦਲਾ ਹੈ ਉਹ ਲਵੋ ਉਹਨਾਂ ਤੋਂ। पठन उठावे हिंदुन राज। ਮਹਾਰਾਜ ਪਠਾਣਾ ਦੀ ਜਿਹੜੀ ਸਫਾ ਹੈ ਉਹ ਹਿੰਦੂਆਂ ਤੋਂ ਹੁਣ ਉਠਾ ਦਿਓ, ਹਿੰਦੁਸਤਾਨ ਤੋਂ। पठान भयो है आदम खान। ਮਹਾਰਾਜ ਆਦਮਖੋਰ ਹੋ ਗਏ ਨੇ, ਪਠਾਨ ਕਿਸੇ ਦੀ ਗੱਲ ਨਹੀਂ ਸੁਣਦੇ, ਬੇਦੋਸ਼ੇ ਪੁੱਤਰਾਂ ਨੂੰ ਮਰਵਾ ਦਿੱਤਾ ਮੇਰੇ। दूर करो पातशाही पठाना। ਮਹਾਰਾਜ ਪਾਤਸ਼ਾਹੀ ਪਠਾਣਾ ਦੀ ਹੁਣ ਦੂਰ ਕਰ ਦਵੋ ਤੇ ਤੁਸੀਂ ਰਾਜ ਲਵੋ ਹਿੰਦੁਸਤਾਨ ਦਾ। दोहरा करो पातशाही आप तुम कै पुत अपने दे हो। ਮਹਾਰਾਜ ਜਾਂ ਤਾਂ ਤੁਸੀਂ ਬਾਦਸ਼ਾਹੀ ਲੈ ਲਓ ਗੁਰੂ ਨਾਨਕ ਦੇਵ ਜੀ, ਜਾਂ ਆਪਣੇ ਪੁੱਤਰ ਬਾਬੇ ਸ਼੍ਰੀ ਚੰਦ ਜਾਂ ਲਖਮੀ ਦਾਸ ਕਿਆਂ ਨੂੰ ਦੇ ਦਵੋ। बड़ी पातशाही हिंद की कर अपने रख ले हो। ਮਹਾਰਾਜ ਹਿੰਦੁਸਤਾਨ ਦੀ ਬਹੁਤ ਵੱਡੀ ਬਾਦਸ਼ਾਹੀ ਹੈ, ਉਸ ਸਥਾਨ ਦੇ ਉੱਤੇ ਐਸੇ ਬੰਦੇ ਸ਼ੋਭਾ ਨਹੀਂ ਪਾਉਂਦੇ ਜੋ ਕਿਸੇ ਕੌਮ ਦੇ ਉੱਤੇ ਜ਼ੁਲਮ ਕਰਨ। सतगुर कही सुन दौलता पातशाही असा ना लोड़। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਸਾਡੇ ਕੋਲ ਤਾਂ ਜਿਹੜੀ ਬਾਦਸ਼ਾਹੀ ਹੈ, ਦਰਗਾਹੀ ਬਾਦਸ਼ਾਹੀ ਹੈ, ਉਹ ਸਾਡੇ ਕੋਲ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਚਰਨਾਂ 'ਚ ਰੱਖੀ ਹੋਈ ਹੈ। ਅਸੀਂ ਤੇ ਸਿੱਖਾਂ ਨੂੰ ਬਾਦਸ਼ਾਹੀ ਦੇਣ ਲਈ ਆਏ ਹਾਂ, ਅਸੀਂ ਆਪ ਬਾਦਸ਼ਾਹੀ ਕਰਨ ਦੀ ਇੱਛਾ ਨਹੀਂ ਰੱਖਦੇ। क्या पातशाही हिंद की
ਅਸਾਂ ਤਜੀ ਸੋ ਲੱਖ ਕਰੋੜ। ਅਸੀਂ ਹਿੰਦ ਦੀ ਕੀ ਬਾਦਸ਼ਾਹੀ, ਅਸੀਂ ਤੇ ਲੱਖਾਂ ਕਰੋੜਾਂ ਬਾਦਸ਼ਾਹੀਆਂ ਸਾਡੇ ਚਰਨਾਂ 'ਚ ਵਸਦੀਆਂ ਨੇ। ਜੋ ਪਈ ਹਮ ਪਤਸ਼ਾਹੀ ਦੇਵਨ ਕਾਜ। ਮਹਾਰਾਜ ਕਹਿੰਦੇ ਵੀ ਸਾਡਾ ਜਿਹੜਾ ਕੰਮ ਹੈ ਉਹ ਬਾਦਸ਼ਾਹੀ ਬਖਸ਼ਿਸ਼ ਕਰਨ ਦਾ ਹੈ। ਭੇਜੋ ਕਲਯੁਗ ਆਪ ਮਹਾਰਾਜ। ਸਾਨੂੰ ਕਲਯੁਗ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਡਿਊਟੀ ਲਾ ਕੇ ਭੇਜਿਆ ਹੈ। ਅਸੀਂ ਜਾਣੇ ਕੋ ਜਾਮੈ ਦੁਖ। ਅਸੀਂ ਇਹ ਜਾਣਦੇ ਹਾਂ ਵੀ ਸੰਗਤ ਦੇ ਦੁੱਖ ਕੀ ਨੇ, ਉਹ ਦੁੱਖ ਦੂਰ ਕਰਨ ਦੇ ਲਈ ਆਏ ਹਾਂ ਧਰਤੀ ਤੇ। ਹਰ ਕੀ ਭਗਤ ਮਾਹੇ ਬਹੁਤ ਸੁਖ। ਵਾਹਿਗੁਰੂ 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 ਮੰਤਰ ਸਿੱਖਾਂ ਨੂੰ ਜਪਾਉਣ ਦੇ ਲਈ ਤੇ ਅਰਾਧਨੀਕਾ ਹਰ ਹਰ ਨਾਮ ਅਰਾਧਨਾ, ਹਰੀ ਦਾ ਨਾਮ ਅਰਾਧਨ ਦੇ ਲਈ ਸਾਨੂੰ ਧਰਤੀ ਤੇ ਭੇਜਿਆ ਹੈ। ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ। ਹਰੀ ਦੇ ਭਗਤਾਂ ਨੂੰ ਕੀਰਤਨ ਦੇ ਅੰਦਰ ਜਗਾਉਣ ਦੇ ਲਈ ਸਾਡਾ ਅਵਤਾਰ ਹੋਇਆ ਹੈ। ਇਹ ਵਿਦ ਤਿਸੈ ਪ੍ਰਾਪਤੇ ਜਾਂ ਕਾ ਮਸਤਕ ਭਾਵਨਾ। ਇਸ ਗੱਲ ਦੀ ਸੋਝੀ ਉਸ ਨੂੰ ਪੈਂਦੀ ਹੈ ਜਿਸ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਾ। ਬੋੜੀ ਸੋ ਪਾਤਸ਼ਾਹੀ ਤੁਮ ਕਹੈ ਕਿਆ ਅਬ ਮੈਂ ਦੇਉ। ਉਹ ਪਾਤਸ਼ਾਹੀ ਤੁਸੀਂ ਸਾਨੂੰ ਲੈਣ ਦੀ ਕੋਈ ਇੱਛਾ ਨਹੀਂ, ਜਿਹੜੀ ਬਾਅਦ ਚੋਂ ਵਿਸਰ ਜਾਂਦੀ ਹੈ। ਕਿਉਂਕਿ ਦੁਨਿਆਵੀ ਜਿਹੜਾ ਰਾਜ ਹੁੰਦਾ ਹੈ, ਜਿਵੇਂ ਅੱਜ ਤੁਸੀਂ ਦੇਖ ਲਓ 10ਵੇਂ ਪਾਤਸ਼ਾਹ ਦੇ ਟਾਈਮ ਦੀ ਛੋਟੀ ਜੀ ਸਾਖੀ ਹੈ। ਮਹਾਰਾਜ ਨੇ 52 ਕਵੀਆਂ ਨੂੰ ਪੁੱਛਿਆ ਭਗਤ ਕਬੀਰ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ। ਕੋਈ ਕਹਿੰਦਾ ਮਹਾਰਾਜ ਬਾਦਸ਼ਾਹ ਮੁਗਲ ਸੀ, ਕੋਈ ਕਹਿੰਦੇ ਪਠਾਨ ਸੀ, ਕੋਈ ਕਹਿੰਦੇ ਮਹਾਰਾਜ ਬਾਦਸ਼ਾਹ ਅਫਗਾਨੀ ਸੀਗੇ। ਕਿਸੇ ਨੇ ਕੋਈ ਜਵਾਬ ਦਿੱਤਾ ਤੇ ਕਹਿੰਦੇ ਮਹਾਰਾਜ ਆਪਸ ਦੇ ਅੰਦਰ ਸਭ ਦਾ ਨਿਰਣਾ ਨਹੀਂ ਮਿਲਿਆ। ਭਾਈ ਨੰਦ ਲਾਲ ਜੀ ਬੋਲੇ ਮਹਾਰਾਜ ਜੀ ਕਹਿੰਦੇ ਪਰ ਤੁਸੀਂ ਇੱਕ ਗੱਲ ਸਾਰੇ ਜਾਣਦੇ ਹੋ ਬਈ ਭਗਤ ਕਬੀਰ ਜੀ ਕੌਣ ਸੀਗੇ। ਜਿਹੜਾ ਭਗਤ ਹੈ ਉਹਦਾ ਨਾਮ ਚੌਹਾਂ ਯੁੱਗਾਂ ਦੇ ਅੰਦਰ ਅਸਥਿਰ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਜਾਂ ਤਾਂ ਨਾਮ ਵਾਹਿਗੁਰੂ ਅਕਾਲ ਪੁਰਖ ਦਾ ਸਦਾ ਹੀ ਸਥਿਰ ਧਰਤੀ ਤੇ ਰਹੇਗਾ, ਜਾਂ ਉਸਦੇ ਸਾਧੂ ਰਹਿਣਗੇ ਬਾਬੇ ਬੁੱਢੇ ਕਿਆਂ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਤਾਰੂ ਸਿੰਘ ਜੀ ਵਰਗੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ 5 ਪਿਆਰੇ ਰਹਿਣਗੇ ਜਿਨ੍ਹਾਂ ਦਾ ਨਾਮ ਸਦਾ ਹੀ ਧਰਤੀ ਤੇ ਰਹੇਗਾ। ਦ੍ਰੋਪਦੀ ਦਾ ਨਾਮ ਅੱਜ ਤੱਕ ਮਿਟਿਆ ਨਹੀਂ, ਕਿਉਂਕਿ ਦ੍ਰੋਪਦੀ ਨੇ ਕਿਸੇ ਹੋਰ ਦੀ ਓਟ ਹੀ ਨਾ ਤੱਕੀ। ਦੁਸ਼ਾਸਨ ਦੀ ਸਭਾ ਦੇ ਅੰਦਰ ਜਦੋਂ ਪਾਂਚਾਲੀ ਨੂੰ ਨਗਨ ਕਰਨ ਲੱਗੇ ਤੇ ਉਸਨੇ ਇੱਕੋ ਹੀ ਸ਼ਬਦ ਬੋਲਿਆ, ਹਾਂ ਕ੍ਰਿਸ਼ਨ ਕਰੈ ਬਿਲ ਲਾਂਦੀ। ਜਦੋਂ ਭਗਵਾਨ ਕ੍ਰਿਸ਼ਨ ਨੂੰ ਯਾਦ ਕੀਤਾ, ਭਗਤ ਨਹੀਂ ਸੀਗੀ ਭਗਵਾਨ ਕ੍ਰਿਸ਼ਨ ਨੇ ਕੱਪੜ ਕੋਟ ਉਸਾਰੀਅਨ ਥੱਕੇ ਦੂਤ ਨ ਪਾਰ ਵਸਾਂਦੀ। ਕਰੋੜਾਂ ਹੀ ਕੱਪੜੇ ਭੇਜ ਦਿੱਤੇ ਪਰ ਪਾਂਚਾਲੀ ਨੂੰ ਨਗਨ ਨਾ ਕਰ ਸਕੇ ਦੁਸ਼ਾਸਨ ਦੀ ਸਭਾ ਦੇ ਅੰਦਰ। ਭਗਤਾਂ ਦਾ ਨਾਮ ਤਾਂ ਫਿਰ ਰਹਿਣਾ ਹੀ ਰਹਿਣਾ ਹੈ। ਸੁਦਾਮਾ ਜੀ ਸੀਗੇ, ਬਹੁਤ ਗਰੀਬ ਸੀਗੇ, ਪਰ ਭਾਈ ਗੁਰਦਾਸ ਜੀ ਆਪਣੀ ਵਾਰ 'ਚ ਲਿਖਦੇ ਨੇ 4 ਪਦਾਰਥ ਸकुच ਪਠਾਏ, ਅਰਥ ਕਾਮ ਮੋਕਸ਼ ਤੇ ਭਗਤੀ। ਚਾਰੋਂ ਪਦਾਰਥ ਭਾਈ ਸੁਦਾਮਾ ਜੀ ਨੂੰ ਬਿਨਾਂ ਮੰਗੇ ਹੀ ਦੇ ਦਿੱਤੇ। ਜਦੋਂ ਰੁਕਮਣੀ ਜੀ ਨੇ ਕਿਹਾ ਸੀਗਾ ਵੀ ਭਗਵਾਨ ਕ੍ਰਿਸ਼ਨ ਜੀ ਹੱਥੋਂ ਜਿਹੜੀ ਪੋਟਲੀ ਬੰਨੀ ਸੀ ਸਰਾਣੇ ਥੱਲੇ ਛੁਪਾ ਲਈ ਸੁਦਾਮਾ ਜੀ ਨੇ, ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਸਾਡੀ ਭਰਜਾਈ ਨੇ ਕੀ ਭੇਜਿਆ ਜੋ ਤੁਸੀਂ ਛੁਪਾ ਰਹੇ ਹੋ। ਕਿਹਾ ਭਗਵਾਨ ਕੁਛ ਨਹੀਂ, ਕਿਉਂਕਿ ਦਵਾਰਿਕਾਧੀਸ਼ ਸੀਗੇ। ਕਿਹਾ ਵੀ ਮੈਂ ਪੋਟਲੀ ਦੇ ਅੰਦਰ 3 ਬੁੱਕੀਆਂ ਚਾਵਲ ਦੀ ਭਗਵਾਨ ਨੂੰ ਕਿਸ ਤਰ੍ਹਾਂ ਦੇਵਾਂ, ਲਾਜ ਆ ਰਹੀ ਸੀ ਸਿੱਖ ਦੀ। ਭਗਵਾਨ ਕ੍ਰਿਸ਼ਨ ਨੇ ਉਹ ਪੋਟਲੀ ਥੱਲੋਂ ਕੱਢ ਲਈ। ਜਦੋਂ ਪੋਟਲੀ ਕੱਢ ਲਈ ਭਗਵਾਨ ਕ੍ਰਿਸ਼ਨ ਨੇ ਤੇ ਪਹਿਲੀ ਪੋਟਲੀ ਭਰੀ ਤੇ ਭਗਵਾਨ ਨੇ ਮਨ ਹੀ ਮਨ ਤ੍ਰਿਪਤ ਹੋ ਗਏ, ਕਿਉਂਕਿ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਭਾਵਨਾ ਦੇ ਨਾਲ ਤਿਆਰ ਕੀਤੇ ਚਾਵਲ ਸੀਗੇ ਉਹ ਲੰਗਰ ਕਰੋੜਾਂ ਰੁਪਈਆਂ ਵਾਲਾ ਨਹੀਂ ਸੀ, ਉਹ ਅੱਧੇ ਕੱਚੇ ਚਾਵਲ ਸੀਗੇ। ਪਰ ਭਗਵਾਨ ਨੇ ਪਹਿਲੀ ਮੁੱਠੀ ਖਾਈ ਕਿ ਆ ਧਰਤੀ ਦਾ ਰਾਜ ਸੁਦਾਮੇ ਨੂੰ ਦਿੱਤਾ। ਦੂਸਰੀ ਮੁੱਠੀ ਭਰ ਲਈ, ਭਗਵਾਨ ਨੇ ਖਾਣੀ ਸ਼ੁਰੂ ਕੀਤੀ, ਕਿਹਾ ਸਵਰਗ ਦਾ ਸਾਰਾ ਰਾਜ ਸੁਦਾਮੇ ਨੂੰ ਦਿੱਤਾ। ਤੀਸਰੀ ਮੁੱਠੀ ਦੇ ਅੰਦਰ ਭਗਵਾਨ ਨੇ ਕਿਹਾ ਵੀ ਕੀ ਦਈਏ, ਕਿਹਾ ਆਪਣਾ ਸਿੰਘਾਸਨ ਹੀ ਦੇ ਦੇਵੇ। ਰੁਕਮਣੀ ਨੇ ਆ ਕੇ ਹੱਥ ਪਕੜ ਲਿਆ, ਕਿਹਾ ਸਾਡੀ ਜਗ੍ਹਾ ਵੀ ਭਗਵਾਨ ਭਗਤ ਨੂੰ ਦੇਣ ਲੱਗੇ ਨੇ। ਕਿਹਾ ਭਗਵਾਨ ਸਭ ਕੁਝ ਹੀ ਦੇ ਦੋਗੇ, ਕੁਝ ਆਪਣੀ ਭਾਰਜਾ ਲਈ ਵੀ ਦੇ ਦਿਓ।
ਤੇ ਰੁਕਮਣੀ ਨੇ ਉੱਥੇ ਭਗਵਾਨ ਦਾ ਤਖਤ ਬਚਾ ਲਿਆ। ਸੋ ਜਦੋਂ ਪ੍ਰਭੂ ਟੁੱਟਦੇ ਨੇ ਉਹ ਦੇਖਦੇ ਨਹੀਂ ਨੇ ਵੀ ਆਪਣੇ ਭਗਤ ਨੂੰ ਕੀ ਦੇਣਾ। ਸੋ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੀ ਇਹ ਸ਼ੁਰੂ ਤੋਂ ਰੀਤੀ ਰਹੀ ਬਈ ਭਗਤਾਂ ਦੇ ਲਈ ਤਾਂ ਸਭ ਕੁਝ ਕੁਰਬਾਨ ਕੁਰਬਾਨ ਕੁਰਬਾਨ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਚਮਕੌਰ ਦੀ ਗੜੀ ਛੱਡੀ ਸੀ ਤੇ ਬਾਬੇ ਅਜੀਤ ਸਿੰਘ ਜੀ ਦਾ ਸਰੀਰ ਪਿਆ ਸੀਗਾ, ਭਾਈ ਦਇਆ ਸਿੰਘ ਜੀ ਜਿਹੜਾ ਲੱਕ ਦੇ ਨਾਲ ਬੰਨਿਆ ਕਮਰ ਕੱਸਾ ਪਾਣ ਲੱਗੇ, ਦਇਆ ਸਿੰਘ ਦਾ ਹੱਥ ਫੜ ਲਿਆ ਮਹਾਰਾਜ ਨੇ, ਕਿਹਾ ਨਹੀਂ, ਜੇ ਤੁਹਾਡੇ ਕੋਲ 40 ਕਫਨ ਨੇ ਤਾਂ ਮੇਰੇ ਸਿੰਘਾਂ ਦੇ ਲਈ ਕਫਨ ਨੇ ਤਾਂ ਮੇਰੇ ਪੁੱਤਰ ਤੇ ਪਾਇਓ, ਨਹੀਂ ਤਾਂ ਨਾ ਪਾਇਓ। ਕਿਉਂਕਿ ਕੋਈ ਕੱਲ ਨੂੰ ਇਹ ਨਾ ਕਹਿ ਦੇਵੇ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦੇ ਅੰਦਰ ਤੇ ਸਿੱਖਾਂ ਦੇ ਅੰਦਰ ਫਰਕ ਜਾਣ ਲਿਆ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਇੱਕੋ ਨਾਮ ਭਗਤਾਂ ਦਾ ਧਰਤੀ ਦੇ ਉੱਤੇ ਰਹੇਗਾ ਹੀ ਰਹੇਗਾ ਤੇ ਰਹਿਓ ਗੁਰੂ ਗੋਬਿੰਦ। ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜੋ ਸਾਡੇ ਸਾਰਿਆਂ ਦੇ ਅੰਦਰ ਇੱਕ ਹੈ ਨਾ, ਜਿਸ ਨੂੰ ਵੇਦਾਂਤ ਦੇ ਅੰਦਰ ਕਿਹਾ ਜਾਂਦਾ 80 ਪਦ ਸਤ ਚਿਤ ਆਨੰਦ ਜਿਹਨੂੰ ਕਿਹਾ ਜਾਂਦਾ, ਜਾਂ ਗੁਰਬਾਣੀ ਦੇ ਅੰਦਰ ਸ਼ਬਦ ਆਉਂਦਾ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹਿ ਜਾਣੀਐ। ਉਹ ਜੋ ਇੱਕ ਦੀ ਜੋਤ ਹੈ ਸਾਰਿਆਂ ਦੇ ਅੰਦਰ, ਉਸ ਜੋਤ ਨੇ ਹਮੇਸ਼ਾ ਹੀ ਰਹਿਣਾ ਹੈ। ਪਹਿਲੇ ਛੋਟੀ ਫਿਰ ਲਈ ਜਗ ਚਟਕ ਲਗਿਓ। ਜਦੋਂ ਪਹਿਲੀ ਵਾਰੀ ਉਹ ਸੀਗੀ ਜੋਤ, ਉਹ ਪਹਿਲੀ ਵਾਰੀ ਤਾਂ ਉਹ ਭਾਈ ਤਾਰੂ ਸਿੰਘ ਜੀ ਇਤਿਹਾਸ ਸੁਣਾ ਰਹੇ ਨੇ ਪੜਾਣੇ ਪਿੰਡ ਦੇ ਅੰਦਰ, ਤੇ ਉਹ ਕਹਿੰਦੇ ਵੀ ਬਾਦਸ਼ਾਹ ਜਿਹੜਾ ਸੀਗਾ ਦੌਲਤ ਖਾਂ, ਉਹ ਕਹਿੰਦਾ ਮਹਾਰਾਜ ਬਈ ਮੇਰੇ ਪੁੱਤਰ ਵੀ ਦੋਨੋਂ ਮਰਵਾ ਦਿੱਤੇ, ਹੁਣ ਤੁਸੀਂ ਕਿਰਪਾ ਕਰੋ, ਤੁਹਾਡੇ ਬਚਨ ਦੇ ਨਾਲ ਪੁੱਤਰ ਹੋਏ ਨੇ, ਤੁਹਾਡੇ ਸਾਧੂ ਪੁੱਤਰਾਂ ਨੂੰ ਝਟਕਵਾ ਦਿੱਤਾ ਹੈ। ਜੋ ਸੁਨ ਆਸ ਦੌਲਤ ਮਿਟੀ ਗੁਰ ਲਹਿ ਨ ਖਾਸਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਮੇਰੀ ਸਾਰੀ ਆਸਾਂ ਮਿਟ ਗਈਆਂ, ਬਸ ਮੇਰੇ ਪੁੱਤਰਾਂ ਦਾ ਬਦਲਾ ਲੈ ਲਵੋ। ਬਾਰੰਬਾਰ ਕਹਿਣ ਕੀ ਤਜਦੀਨੀ ਆਸਾ। ਮਹਾਰਾਜ ਜੀ ਹੁਣ ਮੈਂ ਤੁਹਾਨੂੰ ਬਾਰ-ਬਾਰ ਬੇਨਤੀਆਂ ਐਸੇ ਗੱਲ ਦੀਆਂ ਕਰਨੀਆਂ ਬਈ ਮੇਰੇ ਪੁੱਤਰਾਂ ਨੂੰ ਬਚਾ ਲਓ, ਹੋਰ ਕਿਸੇ ਚੀਜ਼ ਦੀ ਮੈਂ ਬਾਰ-ਬਾਰ ਅਰਦਾਸ ਨਹੀਂ ਕਰਨੀ। ਦੋਹਰਾ ਤੋਂ ਦਾਨਤ ਖਾਂ ਜੋ ਕਹਿਓ ਜੋ ਆਪ ਨਾ ਸ਼ਾਹੀ ਲੈ ਹੋ। ਮਹਾਰਾਜ ਜੇ ਤੁਸੀਂ ਵੀ ਬਾਦਸ਼ਾਹੀ ਲੈਣੀ ਤਾਂ ਫਿਰ ਤੋ ਲੀਜੈ ਖੁਦ ਪਠਾਨ ਤੇ ਮੁਗਲਨ ਕੀ ਹੈ ਦੇ ਹੋ। ਮਹਾਰਾਜ ਨੂੰ ਕਹਿੰਦਾ ਮਹਾਰਾਜ ਫਿਰ ਪਠਾਣਾ ਤੋਂ ਤਾਂ ਖੋਹ ਲਓ ਨਾ, ਜਿਨ੍ਹਾਂ ਨੇ ਮੇਰੇ ਬੇਦੋਸ਼ੇ ਪੁੱਤਰ ਮਰਵਾਏ ਨੇ ਉਹਨਾਂ ਤੋਂ ਖੋਹ ਕੇ ਹੁਣ ਮੁਗਲਾਂ ਨੂੰ ਦੇ ਦਿਓ। ਸੋਰਠਾ ਮੈਂ ਤੇ ਬਚਨ ਕਰਾ ਬਖਸ਼ਾ ਮੈਂ ਸ਼ਾਹੀ ਮੁਗਲ। ਸ਼ਾਹੀ ਜਿਹੜੇ ਮੁਗਲ ਸੀਗੇ ਉਹਨਾਂ ਨੂੰ ਬਾਦਸ਼ਾਹੀ ਦੇ ਦਿਓ, ਇਹ ਬੇਨਤੀ ਸਾਡੀ ਪ੍ਰਵਾਨ ਕਰੋ। ਫਿਰ ਜੋ ਤੂੰ ਪਛਤਾਏ ਨਹਿ ਪਠਾਨਨ ਕੋ ਲਵੈ। ਮਹਾਰਾਜ ਕਹਿੰਦੇ ਦੌਲਤ ਖਾਂ ਫੇਰ ਪਛਤਾਈ ਨਾ, ਬਾਦਸ਼ਾਹੀ ਦਾ ਅਸੀਂ ਮੁਗਲਾਂ ਨੂੰ ਬਾਬਰ ਨੂੰ ਹਿੰਦੁਸਤਾਨ 'ਚ ਬੁਲਾ ਲਵਾਂਗੇ, ਪਰ ਬਾਅਦ ਚੋਂ ਤੂੰ ਇਹ ਗੱਲ ਦੇ ਉੱਤੇ ਪਛਤਾਈ ਨਾ ਵੀ ਬਾਦਸ਼ਾਹੀ ਜਿਹੜੀ ਸੀ ਤੁਸੀਂ ਮੁਗਲਾਂ ਨੂੰ ਕਿਉਂ ਦਿੱਤੀ, ਹੁਣ ਤੁਹਾਡੇ ਘਰ ਦੇ ਅੰਦਰ ਫਿਰ ਵਾਪਸ ਮੁੜ ਕੇ ਨਹੀਂ ਆਉਣੀ। ਜੋ ਭਈ ਤਬ ਦੌਲਤ ਜੋ ਹੀ ਮੰਨ ਲਿਓ। ਦੌਲਤ ਕਹਿੰਦਾ ਮਹਾਰਾਜ ਠੀਕ ਹੈ, ਕਿਉਂਕਿ ਆਪਣੇ ਪੁੱਤਰ ਸਾਹਮਣੇ ਮਰੇ ਦੇਖੇ ਸੀਗੇ, ਉਹ ਚਿੱਠੀ ਬਾਰ-ਬਾਰ ਅੱਖਾਂ ਦੇ ਸਾਹਮਣੇ ਆ ਰਹੀ ਸੀ। ਹਿੰਦੂ ਪਠਾਨਨ ਫਿਰ ਨਾ ਦਿਓ। ਹਿੰਦੂਆਂ ਨੇ ਤੇ ਪਠਾਣਾ ਨੇ ਮਹਾਰਾਜ ਕਹਿੰਦੇ ਫਿਰ ਵਾਪਸੀ ਤੁਹਾਨੂੰ ਨਹੀਂ ਮਿਲਣਾ ਹੁਣ ਰਾਜ। ਪਠਾਨਨ ਤੇ ਅਬ ਜਾਏ ਪਾਤਸ਼ਾਹੀ। ਮਹਾਰਾਜ ਨੇ ਬਚਨ ਕਰ ਦਿੱਤਾ, ਕਹਿੰਦੇ ਪਠਾਣਾ ਤੋਂ ਹੁਣ ਬਾਦਸ਼ਾਹੀ ਗਈ ਤੇ ਹੁਣ ਜਿਹੜੀ ਬਾਦਸ਼ਾਹੀ ਆ ਉਹ ਮੁਗਲਾਂ ਨੂੰ ਦੇ ਦਿੱਤੀ। ਭਾਵੇਂ ਫੇਰ ਸੋ ਆਵੇ ਨਹੀਂ। ਹੁਣ ਇਹ ਗੱਲ ਪੱਕੀ ਕਰਕੇ ਜਾਣ ਲਓ ਵੀ ਬਾਦਸ਼ਾਹੀ ਤੁਹਾਡੇ ਘਰ 'ਚ ਨਹੀਂ ਆਵੇਗੀ। ਮੇਰੇ ਮਨ ਮੈਂ ਯਹੀ ਚਾਹ। ਮੇਰੇ ਮਨ ਦੇ ਅੰਦਰ ਉਹ ਕਹਿੰਦਾ ਦੌਲਤ ਖਾਨ ਮਹਾਰਾਜ ਇਹੀ ਚਾਹੇ ਵੀ ਹੁਣ ਇਹਨਾਂ ਤੋਂ ਜਿਹੜੇ ਆ ਜ਼ੁਲਮ ਕਰ ਰਹੇ ਨੇ ਇਹਨਾਂ ਤੋਂ ਬਾਦਸ਼ਾਹੀ ਖੋਹ ਲਵੋ। ਸਿੱਖ ਜਾਣੋ ਦੇਹ ਪੁਜਾਏ। ਮੈਨੂੰ ਆਪਣਾ ਸਿੱਖ ਜਾਣ ਲਓ, ਕਿਰਪਾ ਕਰਕੇ ਹੁਣ ਸਤਿਗੁਰੂ ਕਹਿਓ ਜੋ ਹੀ ਹੋ ਜਾਏ। ਸੱਚੇ ਪਾਤਸ਼ਾਹ ਕਹਿੰਦੇ ਤਥਾਸਤੂ ਇਸ ਤਰ੍ਹਾਂ ਹੀ ਹੋਵੇਗਾ ਦੌਲਤ ਖਾਨ। ਪਠਾਨ ਤੁਹਾਡਿਆਂ ਤੋਂ ਹੁਣ ਬਾਦਸ਼ਾਹੀ ਗਈ ਲੋਧੀਆਂ ਤੋਂ, ਤੇ ਹੁਣ ਮੁਗਲਾਂ ਦੇ ਘਰ ਦੇ ਦੇਵਾਂਗੇ ਬਾਦਸ਼ਾਹੀ। ਪਛਤਾਵੇਂਗਾ ਤੂੰ ਮੇਰਾ ਏ। ਤੂੰ ਹੁਣ ਪਛਤਾਵੇਂਗਾ ਵੀ ਸਾਡੇ ਕੋਲ ਬਾਦਸ਼ਾਹੀ ਨਹੀਂ ਆਈ। ਸੋ ਤੂੰ ਤੁਰ ਚਲ ਕਾਬਲ ਰਾਹੇ। ਹੁਣ ਇੱਕ ਕੰਮ ਕਰ, ਕਾਬਲ ਦੇ ਅੰਦਰ ਚਲਾ ਜਾ ਜਿੱਥੇ ਬਾਬਰ ਬੈਠਾ ਹੈ ਬਾਦਸ਼ਾਹ। ਬਾਬਰ ਬੋਲੇ ਆਓ ਚੜਾਏ। ਬਾਬਰ ਨੂੰ ਚੜਾ ਕੇ ਹਿੰਦੁਸਤਾਨ ਦੇ ਉੱਤੇ ਲੈ ਆ। ਜੋ ਉਸਕੋ ਹੈ ਹਿੰਦ ਕੀ ਚਾਹ। ਜੇ ਤੇ ਉਸ ਨੂੰ ਹਿੰਦੁਸਤਾਨ ਦਾ, ਉਹ ਤਾਂ ਪਹਿਲਾਂ ਹੀ ਸੋਨੇ ਦੀ ਚਿੜੀਆਂ ਨੂੰ ਲੁੱਟਣ ਨੂੰ ਫਿਰਦਾ ਹੈ। ਹਿੰਦੁਸਤਾਨ ਸੋਨੇ ਦੀ ਚਿੜੀ ਹੈ ਤੇ ਬਾਦਸ਼ਾਹ ਬਾਬਰ ਨੂੰ ਜਾ ਕੇ ਇਹ ਗੱਲ ਕਹੋ
ਬਈ ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਹਿੰਦੁਸਤਾਨ ਦਾ ਰਾਜ ਦੇਣ ਲੱਗੇ ਨੇ। ਅਸਾਂ ਨਾਲ ਬਾਤ ਕਰੇ ਸੋ ਆਏ, ਸਾਡੇ ਨਾਲ ਆ ਕੇ ਗੱਲਬਾਤ ਕਰ ਲਏ, ਆ ਕੇ ਅਹਿਮਨਾਬਾਦ ਦੇ ਅੰਦਰ ਰੋੜੀ ਸਾਹਿਬ ਵਿਖੇ। ਜੇ ਹਮ ਸੋਬਹਿ ਕਰੇ ਨ ਮੀਜਾ, ਜੇ ਸਾਡੇ ਦੇ ਨਾਲ ਮਿਲ ਕੇ ਨਾ ਚੱਲਿਆ ਬਾਬਰ, ਉਸ ਪਰ ਹੋਰ ਚੜਾਵੋ ਤੀਜਾ। ਮਹਾਰਾਜ ਕਹਿੰਦੇ ਫਿਰ ਉਸ ਦੇ ਉੱਤੇ ਤੀਜਾ ਚੜਾ ਲਵਾਂਗੇ। ਖਾਲਸਾ ਜੀ ਇਹ ਹੁੰਦੀ ਹੈ ਫਕੀਰੀ, ਬਈ ਬਾਦਸ਼ਾਹ ਨੂੰ ਰਾਜ ਬਚਨ ਦੇ ਨਾਲ ਹੀ ਦੇਣ ਲੱਗੇ ਨੇ ਤੇ ਕਿਹਾ ਜੇ ਗੁਰੂ ਘਰ ਦੇ ਅਧੀਨ ਨਾ ਹੋਇਆ ਤੇ ਉਸ ਦੇ ਉੱਤੇ ਕੋਈ ਤੀਜਾ ਚੜਾ ਕੇ ਰਾਜ ਖੋਹ ਵੀ ਲਵਾਂਗੇ। ਜੋ ਸੁਨ ਦੌਲਤ ਬਹੁਤ ਖੁਸ਼ ਭਇਓ, ਦੌਲਤ ਖਾਨ ਬਹੁਤ ਖੁਸ਼ ਹੋਇਆ ਵੀ ਮੇਰੇ ਪੁੱਤਰਾਂ ਦੀ ਮੌਤ ਦਾ ਬਦਲਾ ਪੂਰਾ ਹੋਵੇਗਾ। ਜੈਸੇ ਖੁਸ਼ੀ ਹੋਤ ਸੁਤ ਜਿਓ, ਜਿਵੇਂ ਕੋਈ ਮਰਿਆ ਪੁੱਤਰ ਜਿੰਦਾ ਹੋ ਜਾਵੇ ਤੇ ਮਾਪਿਓ ਨੂੰ ਖੁਸ਼ੀ ਹੁੰਦੀ ਹੈ, ਉਵੇਂ ਦੌਲਤ ਖਾਨ ਨੂੰ ਖੁਸ਼ੀ ਹੋਈ। ਦੋਹਰਾ ਜਿਸ ਦਿਨ ਦੁਸ਼ਮਨ ਸਰ ਹੋਵੇ ਅਰ ਪਰੇ ਦੁਕਾਲੇ ਮੀਂਹ, ਜਿਸ ਤਰ੍ਹਾਂ ਦੁਸ਼ਮਣ ਜਿਹੜਾ ਸੀਗਾ ਸਰ ਹੋ ਗਿਆ ਪਰ ਆਪਣੀ ਜਾਨ ਬਚ ਗਈ, ਉਨੀ ਖੁਸ਼ੀ ਹੋਈ ਦੌਲਤ ਖਾਨ ਨੂੰ। ਨੀ ਪੁੱਤਰੇ ਪੁੱਤਰ ਹੋਏ ਜਿਮ ਤਿਮ ਦੌਲਤ ਚਿਤ ਸਿਤਲੀ, ਜਿਵੇਂ ਕਿਸੇ ਬਾਂਝ ਇਸਤਰੀ ਦੇ ਘਰ ਪੁੱਤਰ ਹੋ ਜਾਵੇ, ਉਨੀ ਖੁਸ਼ੀ ਹੋਈ ਸੀਗੀ ਦੌਲਤ ਖਾਨ ਨੂੰ ਪਠਾਣਾ ਦੇ ਰਾਜ ਖੋਹਣ ਦੀ। ਜੋ ਪਈ ਤਬ ਦੌਲਤ ਕਾਬਲ ਰਹਿ ਪਰਿਓ, ਦੌਲਤ ਖਾਨ ਜਿਹੜਾ ਸੀਗਾ ਕਾਬਲ ਦੇ ਰਾਹ ਪੈ ਗਿਆ, ਭੇਸ ਬਦਲ ਕੇ ਗਿਆ ਕਿਧਰੇ ਇਬਰਾਹਿਮ ਲੋਧੀ ਬੈਰਮ ਖਾਂ ਮਰਵਾ ਨਾ ਦਵੇ। ਥੇ ਰਾਹ ਰੁਕਾਏ ਬ੍ਰਹਮੇ ਸ਼ਾਹ, ਕਹਿੰਦੇ ਬੈਰਮ ਖਾਂ ਕਿੱਥੇ ਰਾਹ ਨਾ ਰੁਕਵਾ ਲਵੇ, ਇਸ ਕਰਕੇ ਭੇਸ ਬਦਲ ਕੇ ਗਿਆ। ਦੌਲਤ ਪੁਜੇ ਨ ਕਾਬਲ ਗਾਹੇ, ਦੌਲਤ ਕਿਧਰੇ ਪਹੁੰਚ ਨਾ ਜਾਏ ਕਾਬਲ। ਉਧਰੋਂ ਬੈਰਮ ਖਾਨ ਨੂੰ ਵੀ ਇਹ ਸੀਗਾ ਵੀ ਕਿਧਰੇ ਬਾਬਰ, ਕਿਉਂਕਿ ਉਹਨੂੰ ਭੇਦ ਪਤਾ ਸੀ ਸਾਰਾ। ਉਸਦੇ ਪੁੱਤਰ ਸਮੇਂ ਤੋਂ ਸਮੇਂ ਚਿੱਠੀ ਲਿਖਦੇ ਰਹਿੰਦੇ ਸੀ ਵੀ ਆਹ ਹੁਕਮਰਾਨ ਨੇ, ਇਹ ਹੁਕਮਰਾਨ ਨੇ, ਉਹਨੂੰ ਘਰ ਦਾ ਭੇਦ ਪਤਾ ਸੀ ਸਾਰਾ। ਇਸ ਗੱਲ ਤੋਂ ਬੈਰਮ ਖਾਨ ਡਰਦਾ ਸੀ ਇਬਰਾਹਿਮ ਲੋਧੀ। ਛੱਡ ਬੈ ਰਹਾ ਅਵਰ ਰਹਿ ਪਰਿਓ, ਹੁਣ ਅਵਰ ਰਾਹ ਦੇ ਉੱਤੇ ਪੈ ਗਿਆ। ਜਿਹੜਾ ਇੱਕ ਜਿਵੇਂ ਹੁਣ ਅਸੀਂ 8 ਸੈਕਟਰ ਨੂੰ ਆਣਾ ਹੋਵੇ ਕਾਲਕਾ ਚੌਂਕ ਤੋਂ, ਇੱਕ ਰਸਤਾ ਅੰਦਰੋਂ ਆਉਂਦਾ ਹੈ ਇੰਕੋ ਵੱਲੋਂ, ਇੱਕ ਰਸਤਾ ਬਾਹਰੋਂ ਆਉਂਦਾ ਹੈ, ਪਰ ਮੇਨ ਸੜਕ ਤੋਂ ਨਾ ਗਿਆ, ਦੂਜੇ ਅੰਦਰਲੇ ਰਸਤੇ ਤੋਂ ਆ ਗਿਆ ਕਾਬਲ ਵੱਲ ਨੂੰ। ਰਾਹੋ ਕੁਰਾਹੇ ਕਾਬਲ ਬਰਿਓ, ਕਹਿੰਦੇ ਕੁਰਾਏ ਰਸਤੇ ਤੋਂ, ਕੱਚੇ ਪੱਕੇ ਰਸਤੇ ਤੋਂ ਵਾਪਸ ਵੜ ਗਿਆ ਕਾਬਲ ਵਿਖੇ। ਉਹਾਂ ਭੇਸ ਗੁਣ ਆਪਣੋ ਕਰਿਓ, ਆਪਣਾ ਜਿਹੜਾ ਭੇਸ ਬਦਲ ਲਿਆ, ਦਾੜੀ ਵੱਡੀ ਲਾ ਲਈ ਤੇ ਕਾਲਾ ਬੁਰਕਾ ਪਾ ਲਿਆ, ਮੂੰਹ ਢੱਕ ਲਿਆ। ਜਾਏ ਦੇਸ਼ ਬਾਬਰ ਕੇ ਬਰਿਓ, ਜਾ ਕੇ ਸਿੱਧਾ ਬਾਬਰ ਦੀ ਕਚਹਿਰੀ ਵਿੱਚ ਪਹੁੰਚਿਆ ਦੌਲਤ ਖਾਨ। ਤੇ ਬਾਬਰ ਸੋ ਮਿਲਨ ਨਾ ਹੋਈ, ਬਾਬਰ ਨੂੰ ਕਹਿੰਦਾ ਵੀ ਤੁਹਾਨੂੰ ਮਿਲਣਾ ਬਹੁਤ ਔਖਾ ਹੈ, ਤੁਹਾਡੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ, ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਓਨ ਧਿਆਏ ਤੋਈ, ਕਹਿੰਦਾ ਮੈਂ ਗੁਰੂ ਨਾਨਕ ਦੇਵ ਜੀ ਨੂੰ ਧਿਆਉਂਦਾ ਤੁਹਾਡੇ ਕੋਲ ਪਹੁੰਚਿਆ ਹਾਂ। ਤੁਰਤ ਬਾਬਰ ਸੋ ਮਿਲਨੇ ਭਇਓ, ਬਾਬਰ ਦੇ ਨਾਲ ਮਿਲਾਪ ਹੋ ਗਿਆ, ਉਹਦੇ ਵਜ਼ੀਰਾਂ ਨੇ ਮਿਲਾਪ ਕਰਵਾਇਆ। ਜਬ ਸਤਿਗੁਰ ਕੋ ਧਿਆਵਤ ਭਇਓ, ਜਿਵੇਂ ਹੀ ਸਤਿਗੁਰੂ ਮਹਾਰਾਜ ਜੀ ਨੂੰ ਧਿਆਉਂਦਾ ਰਿਹਾ, ਹਿੰਦ ਹਵਾਲ ਸਭ ਸੁਣ ਲਿਓ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ, ਸਾਰਾ ਹਿੰਦੁਸਤਾਨ ਦਾ ਹਵਾਲਾ ਦੱਸ ਦਿੱਤਾ ਦੌਲਤ ਖਾਨ ਨੇ ਬਾਬਰ ਨੂੰ। ਦੌਲਤ ਖਾਂ ਕੋ ਆਦਰ ਕਯੋ, ਦੌਲਤ ਖਾਨ ਨੇ ਜਿਹੜਾ ਉਸ ਨੂੰ ਬਾਬਰ ਨੇ ਬਹੁਤ ਆਦਰ ਦਿੱਤਾ। ਇਹ ਸਾਰੀ ਕਥਾ ਭਾਈ ਤਾਰੂ ਸਿੰਘ ਜੀ ਕੋ ਸਿੱਖਾਂ ਨੇ ਪੁੱਛਿਆ ਹੈ, ਪ੍ਰਸ਼ਨ ਸੀਗਾ ਸਿੱਖਾਂ ਦਾ, ਬਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਗਲਾਂ ਨੂੰ ਬਾਦਸ਼ਾਹੀ ਕਿਸ ਤਰ੍ਹਾਂ ਦਿੱਤੀ। ਇਹ ਉਸ ਗੱਲ ਦਾ ਜਵਾਬ ਦੇ ਰਹੇ ਨੇ ਭਾਈ ਤਾਰੂ ਸਿੰਘ ਜੀ, ਬਈ ਜਿਹੜੇ ਬੇਦੋਸ਼ੇ ਪੁੱਤਰ ਮਾਰੇ ਗਏ ਸੀ ਉਸ ਦਾ ਬਦਲਾ ਲੈਣ ਦੇ ਲਈ ਗੁਰੂ ਨਾਨਕ ਸਾਹਿਬ ਕੋਲ ਅਹਿਮਨਾਬਾਦ ਗਿਆ। ਗੁਰੂ ਨਾਨਕ ਸਾਹਿਬ ਨੇ ਕਾਬਲ ਵਿਖੇ ਘੱਲਿਆ, ਕਾਬਲ ਵਿਖੇ ਬਾਬਰ ਨੂੰ ਸਾਰੀ ਵਾਰਤਾ ਸੁਣਾਈ। ਦੌਲਤ ਦਿੱਲੀ ਭੇਦ ਬਤਾਇਓ, ਦੌਲਤ ਖਾਨ ਨੇ ਦਿੱਲੀ ਦਾ ਸਾਰਾ ਭੇਦ ਦੇ ਦਿੱਤਾ, ਘਰ ਕਾ ਭੇਦੀ ਲੰਕਾ ਢਾਲੀ, ਉਹ ਹਿਸਾਬ ਹੋ ਗਿਆ। ਫੌਜ ਜੋਰ ਕਰ ਗਿਣੋ ਸੁਣਾਓ, ਸਾਰੀ ਫੌਜ ਦੀ ਗਿਣਤੀ ਦੱਸ ਦਿੱਤੀ। ਸੂਬੇ ਅਗਲੇ ਦੇ ਮਰਵਾਏ, ਉਸਨੇ ਦੱਸ ਦਿੱਤਾ ਵੀ ਬਜ਼ੁਰਗ ਤਾਂ ਸਾਰੇ ਮਾਰੇ ਗਏ ਨੇ, ਸਿਆਣੇ ਬੰਦੇ, ਹੁਣ ਤਾਂ ਛੋਕਰ ਜੇ ਬੰਦੇ ਨੇ, ਉਹ ਤਾਂ ਤੂੰ ਬਾਬਰ ਵੈਸੇ ਹੀ, ਤੇਰੇ ਮੁਗਲ ਜਿਹੜੇ ਨੇ ਉਹ ਬੜੇ ਜੰਗੀ ਨੇ, ਤੁਸੀਂ ਵੈਸੇ ਹੀ ਝਟਕਾ ਲਵੋਗੇ, ਆ ਕੇ ਹਿੰਦੁਸਤਾਨ ਦਾ ਰਾਜ ਸੰਭਾਲ। ਨਏ ਬਾਲਕ ਦੇ ਸੂਬੇ ਠਰਾਏ, ਨਵੇਂ ਛੋਕਰੂ ਜੇ ਹੈਗੇ ਨੇ, ਉਹ ਤਾਂ ਤੂੰ ਆ ਕੇ ਸਾਂਭ ਹੀ ਲਏਗਾ। ਤੇ ਬੰਦੋਬਸਤ ਨਾ ਹੋਏ, ਉਹਨਾਂ ਤੋਂ ਬੰਦੋਬਸਤ ਨਹੀਂ ਹੋ ਰਿਹਾ ਚੰਗੀ ਤਰ੍ਹਾਂ ਦੇ ਨਾਲ। ਬਦੀ ਲਗਾਵਨ ਅਗਲਨ ਸੋਏ, ਤੇ ਹੁਣ ਉਹ ਇੱਕ ਦੂਜੇ ਨੂੰ ਜਿਹੜਾ ਰਾਜ ਹੈ ਉਹ ਆਪਸ ਦੇ ਅੰਦਰ ਹੀ ਮੱਧ ਹੋਏ ਨੇ, ਸ਼ਰਾਬ ਦੇ ਨਸ਼ੇ, ਇਸਤਰੀਆਂ ਦੇ ਨਸ਼ੇ ਦੇ ਅੰਦਰ ਤੇ ਸੱਤਾ ਦੇ ਨਸ਼ੇ ਦੇ ਅੰਦਰ, ਉਹਨਾਂ ਤੋਂ ਰਾਜ ਨਹੀਂ ਹੋ ਰਿਹਾ। ਤੂੰ ਆ ਕੇ ਰਾਜ ਸਾਂਭ ਲੈ। ਦੋਹਰਾ ਦੀਨੇ ਉਨਵਟ ਮਾਰ ਸਭ ਸੂਬੇ ਔਰ ਵਜ਼ੀਰ, ਉਸਨੇ ਸਿਆਣੇ ਬੰਦਿਆਂ ਨੂੰ ਮਰਵਾ ਦਿੱਤਾ ਇਬਰਾਹਿਮ ਲੋਧੀ ਨੇ। ਹੁਣ ਤੂੰ ਬਾਬਰ ਆ ਕੇ ਹਿੰਦੁਸਤਾਨ ਦੀ ਸੋਨੇ ਦੀ ਚਿੜੀਆਂ ਨੂੰ ਲੁੱਟ ਲੈ। ਬਾਲਕ ਮੁੜ ਗਵਾਰ ਜੇ ਜੇਤੇ ਕੀਏ ਅਮੀਰ, ਕਹਿੰਦੇ ਵੀ ਅਮੀਰਾਂ ਦੇ ਬੱਚਿਆਂ ਨੂੰ ਧਨ ਲੈ ਲੈ ਕੇ ਬਾਦਸ਼ਾਹੀਆਂ ਦੇ ਦਿੱਤੀਆਂ ਨੇ, ਵਜ਼ੀਰ ਬਣਾ ਦਿੱਤਾ ਹੈ।
ਪਰ ਉਹ ਜਿਹੜੇ ਬੱਚੇ ਨੇ ਸਿਆਣੇ ਨਹੀਂ ਨੇ। जो पई जो को बच्यो है तब अब ताई ਜੋ ਵੀ ਹੁਣ ਤੱਕ ਜੋ ਬੱਚੇ ਹੋਏ ਨੇ ਜੋ ਰਾਜ ਕਰ ਰਹੇ ਨੇ ताको आशा जीवन नाही ਉਹਨਾਂ ਨੂੰ ਜੀਵਨ ਦੀ ਕੋਈ ਆਸਾ ਨਹੀਂ ਹੈ। ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਵੀ ਨਾ ਮਰਵਾ ਦੇਵੇ। क्या रजवाड़े सब दिलगीर ਜਿਹੜੇ ਰਜਵਾੜੇ ਨੇ ਦਿਲਗੀਰ ਛੋਟੇ ਦਿਲ ਦੇ ਨੇ ਉਹਨਾਂ ਨੂੰ ਰਾਜ ਦਿੱਤਾ, ਮਰਹਟਿਆਂ ਨੂੰ ਰਾਜ ਤੋਂ ਹਟਾ ਦਿੱਤਾ ਹੈ मरठे दखनी किए तगीर ਤੇ ਮਰਹਟੇ ਤੇ ਦੱਖਣੀਆਂ ਤੋਂ ਰਾਜ ਖੋਹ ਲਿਆ ਹੈ। पैथो एक भोगो प्रधान ਉਹਨਾਂ ਦੇ ਉੱਤੇ ਇੱਕ ਪ੍ਰਧਾਨ ਬੰਦਾ ਲਾਇਆ ਛੋਕਰ ਜਿਹਾ, ਉਹ ਤਾਂ ਤੁਸੀਂ ਵੈਸੇ ਹੀ ਸਾਂਭ ਲਓਗੇ, ਆ ਕੇ ਹਿੰਦੁਸਤਾਨ ਨੂੰ ਲੁੱਟ ਲਵੋ। अकलदार थो बड़ो सुजान ਜਿਹੜਾ ਕੋਈ ਅਕਲਦਾਰ ਬੰਦਾ ਹੈ, ਸੁਜਾਨ ਬੰਦਾ ਹੈ, ਸਿਆਣਾ ਹੈ, जब देखे उन मरे अमीर ਉਹ ਸਾਰੇ ਮਰਵਾ ਦਿੱਤੇ ਨੇ। ਹੁਣ ਸਿਆਣੇ ਬੰਦਿਆਂ ਦੇ ਕੋਲ ਰਾਜ ਨਹੀਂ। बहुत कम लख्यो तगीर ਹੁਣ ਤੁਸੀਂ ਆ ਕੇ ਹਿੰਦੁਸਤਾਨ ਨੂੰ ਬੈਠ ਕੇ ਤਖਤ ਤੇ ਬੈਠੋ। उसे भले की आखी बात ਜਦੋਂ ਇੰਨੀ ਗੱਲ ਸੁਣੀ ਬਾਬਰ ਦੇ ਮਨ 'ਚ ਤਾਂ ਲਾਲਚ ਆ ਗਿਆ ਵੀ ਜਿਹੜੀ ਹਿੰਦੁਸਤਾਨ ਸੋਨੇ ਦੀ ਚਿੜੀਆਂ ਨੂੰ ਮੈਂ ਲੁੱਟਣਾ ਚਾਹੁੰਦਾ ਸੀ, ਇਹ ਤਾਂ ਗੱਲ ਬਿਲਕੁਲ ਮੇਰੇ ਦਿਲ ਦੀ ਜਾਣ ਲਈ। बड़े काम न छोटे करात ਜਿਹੜੇ ਵੱਡੇ ਕੰਮ ਹੁੰਦੇ ਨੇ ਉਹ ਛੋਟੇ ਨਹੀਂ ਕਰ ਸਕਦੇ ਬਾਬਰ। ਹੁਣ ਛੋਟੇ ਛੋਟੇ ਬੰਦੇ ਬੈਠੇ ਨੇ, ਉਹਨਾਂ ਤੋਂ ਕੀ ਸਰਨਾ ਹੈ? ਤੇਰੇ ਵਰਗੇ ਬੰਦਿਆਂ ਦੀ ਲੋੜ ਹੈ ਤਖਤ ਦੇ ਉੱਤੇ ਦਿੱਲੀ ਦੇ। मारे बड़े चहे ना सूरे ਜਿਹੜੇ ਵੱਡੇ ਬੰਦੇ ਸੀਗੇ, ਸਿਆਣੇ ਸੀ, ਉਹ ਤਾਂ ਇਹਨਾਂ ਨੇ ਬੇਵਕੂਫਾਂ ਨੇ ਮਰਵਾ ਦਿੱਤੇ ਲੋਧੀਆਂ ਨੇ। छोटे करे न बड़े कम पूरे ਤੇ ਛੋਟੇ ਬੰਦਿਆਂ ਤੋਂ ਵੱਡੇ ਕੰਮ ਨਹੀਂ ਸੰਭਲਦੇ। दोहरा कैसे छोटे धर्म तय सरे बड़न को काम ਛੋਟੇ ਬੰਦਿਆਂ ਤੋਂ ਵੱਡੇ ਕੰਮ ਨਹੀਂ ਸਰ ਸਕਦੇ। बड़े तमामो जात कब सो चूहे के चाम ਭਾਈ ਰਤਨ ਸਿੰਘ ਭੰਗੂ ਬੜਾ ਸੋਹਣਾ ਉਦਾਹਰਣ ਦਿੰਦੇ ਨੇ, ਕਿਉਂਕਿ ਅਸਲੀ ਕਵੀ ਉਹੀ ਹੁੰਦਾ ਹੈ ਜਿਹੜਾ 9 ਰਸ ਦੇ ਅੰਦਰ ਕਵਿਤਾ ਨੂੰ ਲਿਖੇ, ਹਾਸੇ ਰਸ, ਵਿਰਾਗ ਰਸ, ਭਗਤੀ ਰਸ, ਗਿਆਨ ਰਸ। ਹੁਣ ਭਾਈ ਰਤਨ ਸਿੰਘ ਜੀ ਭੰਗੂ ਵੀ ਪੂਰੇ ਨੇ ਕਵਿਤਾ ਦੇ ਰਸ ਦੇ ਅੰਦਰ। ਕਹਿੰਦੇ ਨਗਾਰਾ ਤਿਆਰ ਕਰਨਾ ਹੋਵੇ ਤੇ ਚੂਹਿਆਂ ਦੀ ਚਮੜੀ ਨਹੀਂ ਲੱਗੇਗੀ, ਭਾਵੇਂ 100 ਚੂਹੇ ਵੀ ਦੇ ਦਿਓ, ਉੱਥੇ ਊਂਠ ਹੀ ਮਾਰ ਕੇ ਊਂਠ ਦੀ ਚਮੜੀ ਦੇ ਨਾਲ ਨਗਾਰਾ ਤਿਆਰ ਹੋਏਗਾ। ਕਹਿੰਦੇ ਬਾਬਰ ਬਾਦਸ਼ਾਹ ਹੁਣ ਜਿਹੜੇ ਦਿੱਲੀ ਦੇ ਤਖਤ ਦੇ ਉੱਤੇ ਤੇਰੇ ਵਰਗਾ ਊਂਠ ਚੱਲਣਾ ਹੈ, ਉੱਥੇ 100 ਚੂਹਿਆਂ ਨੇ ਰਾਜ ਨਹੀਂ ਕਰਨਾ। ਸੋ ਰਤਨ ਸਿੰਘ ਜੀ ਭੰਗੂ ਉਪਮਾ ਅਲੰਕਾਰ ਲਗਾ ਕੇ ਆਪਣੀ ਗੱਲ ਸਮਝਾ ਰਹੇ ਨੇ, ਕਿਉਂਕਿ ਜਿੰਨੇ ਵੀ ਸਰੋਤੇ ਬੈਠੇ ਨੇ ਸਭ ਦੀ ਸੁਰਤ ਅਲੱਗ-ਅਲੱਗ ਹੁੰਦੀ ਹੈ। ਕਿਸੇ ਦੀ ਸੁਰਤ ਦੇ ਅੰਦਰ ਕਿਸ ਤਰ੍ਹਾਂ ਗੱਲ ਪਕੜ ਜਾਂਦੀ ਹੈ, ਕਿਸੇ ਦੀ ਸੁਰਤ ਦੇ ਅੰਦਰ ਕਿਸ ਤਰ੍ਹਾਂ ਗੱਲ ਪਕੜ ਜਾਂਦੀ ਹੈ। ਇਹ ਵੀ ਇੱਕ ਕਵੀ ਦੀ ਵਿਦਵਤਾ ਹੁੰਦੀ ਹੈ ਬਈ ਉਹ ਇੱਕਦਮ ਪ੍ਰਕਰਣ ਤੋਂ ਬਾਹਰ ਜਾ ਕੇ ਉਪਮਾ ਅਲੰਕਾਰ ਲਗਾ ਕੇ ਗੱਲ ਨੂੰ ਜੋੜ ਦਿੰਦਾ। ਤੇ ਭਾਈ ਰਤਨ ਸਿੰਘ ਜੀ ਭੰਗੂ ਤੋਂ ਇਹ ਪਤਾ ਲੱਗਦਾ ਵੀ ਉਹ ਕਿੰਨੇ ਵਿਦਵਾਨ ਸੀਗੇ ਕਾਵਿ ਰਚਨਾ ਦੇ ਵਿੱਚ। जो भई यो सुन भयो मार गवाए ਇਸ ਤਰ੍ਹਾਂ ਸੁਣ ਕੇ ਉਸਨੇ ਬਾਬਰ ਨੇ ਕਿਹਾ ਵੀ ਠੀਕ ਹੈ, ਮੈਂ ਆ ਕੇ ਉਹਨਾਂ ਨੂੰ ਮਾਰ ਕੇ ਰਾਜ ਲੈ ਲਵਾਂਗਾ। अपने खैर खाही उन काए ਆਪਣੇ ਖੈਰ ਖਾ ਤੇ ਉਹਨਾਂ ਨੇ ਮਰਵਾ ਹੀ ਦਿੱਤੇ ਨੇ ਜਿਹੜੇ ਭਲਾ ਲੋਚਦੇ ਨੇ। ਹੁਣ ਇੱਕ ਬੰਦੇ ਨੂੰ ਮਾਰਨਾ ਇਬਰਾਹਿਮ ਲੋਧੀ ਨੂੰ ਤਾਂ ਕੋਈ ਵੱਡੀ ਗੱਲ ਨਹੀਂ। ਬਾਬਰ ਨੇ ਪਾਣੀਪਤ ਦੀ ਜੰਗ ਦੇ ਅੰਦਰ ਉਸ ਨੂੰ ਮਾਰ ਗਿਰਾਇਆ ਸੀ। दिन तकसीर उन मार्यो भोआ ਮੈਂ ਕਹਿੰਦਾ ਵੀ ਬਿਨਾਂ ਹੀ ਤਕਸੀਰ ਤੋਂ, ਬਿਨਾਂ ਕੋਈ ਜ਼ਿਆਦਾ ਮੁਸ਼ੱਕਤ ਤੋਂ ਉਸ ਨੂੰ ਮਾਰ ਲਵਾਂਗਾ। ਜਿਸ ਤਰ੍ਹਾਂ ਬਾਜ਼ ਜਿਹੜੇ ਹੁੰਦੇ ਨੇ ਪਟੇਰਿਆਂ ਨੂੰ ਪੈ ਜਾਂਦੇ ਨੇ, ਪਠਾਣਾਂ ਨੂੰ ਜਾ ਕੇ ਅਸੀਂ ਮੁਗਲ ਬਾਜ਼ਾਂ ਦੀ ਤਰ੍ਹਾਂ ਪੈ ਜਾਵਾਂਗੇ। है कार जगत को होआ ਕਹਿੰਦੇ ਹਾਹਾਕਾਰ ਮਚਾ ਦੇਵਾਂਗੇ ਹਿੰਦੁਸਤਾਨ ਦੇ ਅੰਦਰ ਜਾ ਕੇ। दोहरा तब दौलत की बात सुन बाबर भयो तैयार ਬਾਬਰ ਤਿਆਰ ਹੋ ਗਿਆ ਦੌਲਤ ਖਾਨ ਦੀ ਗੱਲ ਸੁਣ ਕੇ। वजीर सो रोक्यो फिर उसे करके यह विचार ਪਰ ਸਿਆਣੇ ਵਜ਼ੀਰਾਂ ਨੇ ਕਿਹਾ ਬਾਬਰ ਹਿੰਦੁਸਤਾਨ ਦੇ ਅੰਦਰ ਤਾਂ ਕਾਲਾ ਜਾਦੂ ਕਰਨ ਵਾਲੇ ਵੀ ਬੜੇ ਨੇ, ਲੋਧੀਆਂ ਨੂੰ ਕਾਲਾ ਜਾਦੂ ਵੀ ਆਉਂਦਾ ਹੈ। ਕਿਉਂਕਿ ਗੁਰਬਾਣੀ ਦੇ ਅੰਦਰ ਪੰਕਤੀ ਆਉਂਦੀ ਹੈ ਨਾ, ਕੋਈ ਮੁਗਲ ਨਾ ਹੋਆ ਆਂਦਾ ਕਿੰਨਾ ਨਾ ਪਰਚਾ ਲਾਇਆ। ਉਹਨਾਂ ਨੂੰ ਸੀਗਾ ਵੀ ਜਿਹੜੇ ਪਠਾਨ ਨੇ ਉਹ ਅੰਨੇ ਕਰ ਦੇਣਗੇ ਜਦੋਂ ਆਪਾਂ ਲੜਾਈ ਕਰਨ ਜਾਵਾਂਗੇ। ਕੋਈ ਮੁਗਲ ਨਾ ਹੋਆ ਆਂਦਾ, ਪਰ ਕੋਈ ਵੀ ਅੰਨਾ ਹੋਇਆ ਹੀ ਨਾ। ਜਦੋਂ ਚੜ ਕੇ ਆਏ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਮੁਗਲਾਂ ਨੂੰ ਜਮ ਬਣਾ ਕੇ ਚੜਾ ਦਿੱਤਾ। साखी सतगुरु के प्रसंग की चौपाई हिंदुस्तान है पीरनपुरो ਉਹ ਬਾਦਸ਼ਾਹ ਦਾ ਜਿਹੜੇ ਵਜ਼ੀਰ ਹੁੰਦੇ ਨੇ ਉਹ ਬੜੇ ਸਿਆਣੇ ਹੁੰਦੇ ਨੇ। ਉਹ ਗੱਲ ਨੂੰ ਹਰ ਪੱਖ ਤੋਂ ਸੋਚ ਕੇ ਕਹਿੰਦੇ ਨੇ। ਜਿਹੜਾ ਬਾਬਰ ਦੇ ਵਜ਼ੀਰ ਸੀਗੇ ਉਹਨੇ ਕਿਹਾ ਵੀ ਤੂੰ ਤਾਂ ਖਾਲੀ ਦੇਖ ਰਿਹਾ ਵੀ ਧਨ ਆ ਜਾਵੇਗਾ, ਫੌਜ ਵੱਧ ਜਾਵੇਗੀ, ਸੱਤਾ ਵੱਧ ਜਾਵੇਗੀ, ਪਰ ਉੱਥੇ ਜਿਹੜੇ ਪੀਰ ਬੈਠੇ ਨੇ ਹਿੰਦੁਸਤਾਨ ਦੇ ਅੰਦਰ ਉਹ ਤੈਨੂੰ ਅੰਨਾ ਹੀ ਕਰ ਦੇਣ ਮੰਨ ਲੈ। ਤੂੰ ਕੀ ਕਰੇਗਾ ਐਸੀ ਬਾਦਸ਼ਾਹੀ ਨੂੰ ਜਿਸ ਕਰਕੇ ਤੇਰਾ ਘਾਤ ਹੋ ਜਾਵੇ। करे मदद व शाह जरूरो ਕਿ ਤੂੰ ਹੁਣ ਮਦਦ ਕਰਨਾ ਚਾਹਨਾ ਹੈ, ਜੇ ਸਾਨੂੰ ਮਦਦ ਕਰਨਾ ਚਾਹਨਾ ਹੈ। ਦੌਲਤ ਖਾਨ ਨੂੰ ਕਿਹਾ
ਬਈ ਸਾਨੂੰ ਉਹ ਤੋੜ ਦੇ, ਬਈ ਹਿੰਦੁਸਤਾਨ ਦੇ ਜੋ ਪੀਰ ਨੇ ਉਹ ਸਾਡਾ ਨੁਕਸਾਨ ਨਾ ਕਰ ਸਕਣ। सो हम ते कब जीत्यो जाए, ਕਹਿੰਦੇ ਉਹ ਜਾਦੂ ਟੋਣੇ ਵਾਲਾ ਹਿੰਦੁਸਤਾਨ ਨਹੀਂ ਸਾਡੇ ਤੋਂ ਜਿੱਤਿਆ ਜਾਣਾ। परे पीर जे आप सहाय, ਜੇ ਪੀਰ ਸਹਾਇਕ ਹੋ ਜਾਣ, ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰ ਰਹੇ ਨੇ ਵਜ਼ੀਰ ਖਾਨ ਬਾਦਸ਼ਾਹ ਨੂੰ, ਕਿਉਂਕਿ ਡਾਇਰੈਕਟ ਵੀ ਨਹੀਂ ਬੋਲ ਸਕਦੇ, ਡਰਦੇ ਨੇ ਬਈ ਸਿੱਖਾਂ ਦੀ ਵਡਿਆਈ ਹੋ ਜਾਵੇਗੀ ਕਿ ਬਾਦਸ਼ਾਹ ਨਾਰਾਜ਼ ਹੋ ਗਿਆ, ਸਾਨੂੰ ਇਹਨਾਂ ਮਰਵਾ ਦੇਵੇ। ਤੋਂ ਉਹ ਡਰਦੇ ਡਰਦੇ ਬੋਲਦੇ ਨੇ ਬਈ ਜੇ ਪੀਰ ਸਹਾਈ ਹੋ ਜਾਣ। हिंदू पीर एक हिंद में कहो, ਇਸ਼ਾਰਾ ਕਰ ਦਿੱਤਾ, ਕਹਿੰਦੇ 1536 ਦੇ ਅੰਦਰ ਕੱਤਕ ਦੀ ਪੂਰਨਮਾਸ਼ੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਪਾਵਨ ਪਵਿੱਤਰ ਕੁੱਖ ਤੋਂ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਦਾ ਅਵਤਾਰ ਹੋਇਆ ਹੈ। ਜੇ ਉਹਨਾਂ ਦੀ ਨਜ਼ਰ ਹੋ ਜਾਵੇ ਤੈਨੂੰ ਬਾਦਸ਼ਾਹੀ ਮਿਲ ਜਾਵੇਗੀ। सब तीरन की पीरी ले गयो, ਸਾਰੇ ਪੀਰਾਂ ਦੀ ਪੀਰੀ ਉਸ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਹੈ। सो सत श्री अकाल, उस सो पूरो कयो न भयो, ਜੇ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਬਚਨ ਨਿਕਲ ਗਿਆ, ਉਹਨਾਂ ਦਾ ਬਚਨ ਖਾਲੀ ਨਹੀਂ ਜਾਵੇਗਾ। जो अड़यो सो हर गयो, ਜੋ ਉਹਨਾਂ ਦੇ ਅੱਗੇ ਅੜਿਆ ਉਹ ਝੜ ਕੇ ਜਾਂਦਾ ਹੈ। हिंदू और सो मुसलमान, ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ, ਉਹ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ। उन दोनों लिए एक से जान, ਉਹਨਾਂ ਨੇ ਦੋਨਾਂ ਨੂੰ ਇੱਕੋ ਬਰਾਬਰ ਜਾਣਿਆ ਹੈ। उसकी सेवा दोनों ਗੁਰੂ करें, ਨਾਨਕ ਦੀ ਸੇਵਾ ਹਿੰਦੂ ਵੀ ਕਰਦੇ ਨੇ, ਮੁਸਲਮਾਨ ਵੀ। दिन मरादे दोनों खरे, ਜੋ ਵੀ ਆਪਣੀ ਮੁਰਾਦ ਲੈ ਕੇ ਜਾਂਦਾ ਹੈ, ਗੁਰੂ ਨਾਨਕ ਤੋਂ ਪੂਰੀ ਕਰਾ ਲੈਂਦਾ ਹੈ। करामात में है बड़ पूरा, ਗੁਰੂ ਨਾਨਕ ਦੇਵ ਜੀ ਕਰਾਮਾਤ ਦੇ ਪੂਰੇ ਨੇ। जन खुदाई दे रहे हजूरा, ਉਹ ਖੁਦਾ ਦੇ ਅੰਦਰ ਤੇ ਗੁਰੂ ਨਾਨਕ ਦੇ ਅੰਦਰ ਕੋਈ ਫਰਕ ਨਹੀਂ। हमने उसकी बात परताई, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਸੀਂ ਰਜਾ ਲਿਆ, ਜੇ ਗੁਰੂ ਨਾਨਕ ਨੇ ਰਾਜ ਦੇ ਦਿੱਤਾ, जो उन कही सो साची पाई, ਜੇ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਸੱਚਾ ਮੰਨ ਬੈਠੇ ਹਾਂ, दोहरा जो चाहो तुम हिंद लई, तो उस परवानगी ले ਗੁਰੂ ਨਾਨਕ ਸਾਹਿਬ ਮਹਾਰਾਜ ਚਾਹੁਣ ਤੇ ਤੈਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਸਕਦੇ ਨੇ। बिन परवानगी उसे ते आगे पैर न दे ਗੁਰੂ ਨਾਨਕ ਦੇਵ ਦੀ ਪ੍ਰਵਾਨਗੀ ਤੋਂ ਬਿਨਾ ਬਿਲਕੁਲ ਹਿੰਦੁਸਤਾਨ 'ਚ ਪੈਰ ਨਾ ਰੱਖੀ ਬਾਦਸ਼ਾਹ। जो पई तब दौलत सुन बोलत भयो, ਦੌਲਤ ਖਾਨ ਬੋਲਿਆ ਫਿਰ, हमना वह पीर कर लियो, ਉਹ ਕਹਿੰਦਾ ਵੀ ਇਹ ਤਾਂ ਗੱਲ ਹੀ ਬਣ ਗਈ। ਵਜ਼ੀਰਾਂ ਨੇ ਵੀ ਉਹ ਗੱਲ ਕਹਿ ਦਿੱਤੀ ਜੋ ਮੈਂ ਕਹਿਣੀ ਸੀ। ਕਹਿੰਦਾ ਵੀ ਮੈਂ ਵੀ ਤਾਂ ਤੁਹਾਨੂੰ ਇਹੀ ਗੱਲ ਕਹਿਣ ਆਇਆ ਬਾਦਸ਼ਾਹ ਬਾਬਰ, ਬਈ ਹਿੰਦੁਸਤਾਨ ਦਾ ਜੋ ਰਾਜ ਹੈ ਉਹ ਗੁਰੂ ਨਾਨਕ ਤੋਂ ਇਲਾਵਾ ਨਹੀਂ ਮਿਲ ਸਕਦਾ। ਸੋ ਇੱਥੇ ਤੱਕ ਦੀ ਕਥਾ ਅੱਜ ਦੇ ਪ੍ਰਕਰਣ 'ਚ ਆਈ ਹੈ। ਕੱਲ ਕਿਸ ਤਰ੍ਹਾਂ ਬਾਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਆਏਗਾ, ਬਾਬਰ ਬਾਣੀ ਦੇ 4 ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨੇ, ਉਹ ਵੀ ਕਥਾ ਆਪਾਂ ਜੇ ਕੋਸ਼ਿਸ਼ ਸਮਾਂ ਰਿਹਾ ਤੇ ਵਿਚਾਰਾਂਗੇ। ਪ੍ਰਸੰਗ ਤਾਂ ਲੰਬੇ ਨੇ, ਤੁਹਾਡੀ ਸੰਗਤ ਦੀ ਰੁਚੀ ਵੀ ਬਣੀ ਹੋਈ ਹੈ ਸਾਰਿਆਂ ਦੀ, ਪਰ ਇਤਿਹਾਸ ਜੋ ਸਮਾਂ ਹੈ ਉਸ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਜਿੰਨੇ ਦਾਸ ਦੇ ਵੱਡੇ ਗੁਰੂ ਸੀਗੇ ਪ੍ਰਧਾਨ ਨਰਿੰਦਰ ਸਿੰਘ ਜੀ ਹੋਰੀ ਵੀ, ਉਹ ਸਮੇਂ ਦਾ ਬਹੁਤ ਧਿਆਨ ਰੱਖਦੇ ਸੀ। ਸਮੇਂ ਦਾ ਧਿਆਨ ਬਹੁਤ ਜ਼ਰੂਰੀ ਹੈ, ਇਸ ਕਰਕੇ ਸਮਾਪਤੀ ਹੈ ਸਮੇਂ ਦੇ ਲਿਹਾਜ਼ ਦੇ ਨਾਲ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। जो पई तब दौलत सुन बोलत भयो, हमना वह पीर कर लियो, उस परवानगी ते हम आए, तुम भी परवानगी उसकी चाहे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ, ਆਨੰਦ ਰੂਪ ਮਹਾ ਭਿਆਨ, ਨਾਨਕ